ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹਿ ਉਚਾਰੀ। ਦੋਇ ਕਰ ਜੋਰ ਕਰਮ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਗੁਗੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸ਼ਲੋਕ ਮਹਲਾ ਤੀਜਾ। ਗੁਰਮੁਖ ਮਲਾਰ ਰਾਗ ਜੋ ਕਰਹਿ, ਤਿਨ ਮਨ ਤਨ ਸੀਤਲ ਹੋਏ। ਗੁਰ ਸਬਦੀ ਏਕ ਪਛਾਣਿਆ, ਏਕੋ ਸੱਚਾ ਸੋਏ। ਮਨ ਤਨ ਸੱਚਾ ਸਚ ਮਨ, ਸੱਚੇ ਸੱਚੀ ਸੋਏ। ਅੰਦਰ ਸੱਚੀ ਭਗਤ ਹੈ, ਸਹਿਜੇ ਹੀ ਪਤ ਹੋਏ। ਕਾਲ ਯੁਗ ਮੈਂ ਘੋਰ ਆਧਾਰ ਹੈ, ਮਨ ਮੁਖ ਰਾਹ ਨ ਕੋਏ। ਸੇਵੜ ਭਾਗੀ ਨਾਨਕਾ, ਜਿਨ ਗੁਰਮੁਖ ਪ੍ਰਗਟ ਹੋਏ। ਕਾਲ ਯੁਗ ਮੈਂ ਘੋਰ ਆਧਾਰ ਹੈ, ਮਨ ਮੁਖ ਰਾਹ ਨ ਕੋਏ। ਸੇਵੜ ਭਾਗੀ ਨਾਨਕਾ, ਜਿਨ ਗੁਰਮੁਖ ਪ੍ਰਗਟ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਦੇਣ ਕਿਰਪਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਯਾਦ ਵਿੱਚ ਸਜੇ ਹੋਏ ਪਵਿੱਤਰ ਸਥਾਨ 'ਤੇ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਸ਼ਾਮ ਦੇ ਦੀਵਾਨਾਂ ਵਿੱਚ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਔਰ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦਾ ਕੀਰਤਨ ਹਰਜਸ ਔਰ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਸਰਵਣ ਕਰਨ ਤੋਂ ਉਪਰੰਤ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਵਿੱਚੋਂ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਏਮਾਨ ਹੋ ਰਹੇ ਹੋ। ਸਤਿਗੁਰੂ ਜੀ ਨੇ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਇਹ ਗੁਰਬਾਣੀ, ਇਹ ਨਾਮ ਰੂਪੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਰੇ ਯੁਗਾਂ ਦਾ ਆਪੋ ਆਪਣਾ ਨਿਯਮ ਵਿਧਾਨ ਹੈ। ਯੁਗ ਯੁਗ ਆਪੋ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਣਾ। ਵੇਦਾਂ ਨੂੰ ਪੜ੍ਹ ਕੇ ਦੇਖ ਲਓ ਔਰ ਪੁਰਾਣਾਂ ਨੂੰ ਵਿਚਾਰ ਕੇ ਹਰ ਯੁੱਗ ਦੇ ਵਿੱਚ ਆਪੋ ਆਪਣਾ ਨਿਯਮ ਜਿਸ ਤਰ੍ਹਾਂ ਵਿਧਾਨ ਉਹਨਾਂ ਮਹਾਂਪੁਰਖਾਂ ਨੇ ਧਰਮ ਸ਼ਾਸਤਰਾਂ ਦੇ ਵਿੱਚ ਬਣਾਏ ਹੈ,
ਉਹਦੇ ਅਨੁਸਾਰ ਉਸ ਸਮੇਂ ਦੇ ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਸੀ ਉਹ ਚੱਲਦੇ ਸਨ। ਅਤੇ ਕਲਯੁਗ ਦੇ ਅੰਦਰ ਸਤਿਗੁਰੂ ਜੀ ਨੇ ਇਹਨਾਂ ਜੀਵਾਂ 'ਤੇ ਦਇਆ ਕਰਦਿਆਂ ਹੋਇਆਂ ਇਹਨਾਂ ਦੀ ਕਲਿਆਣ ਵਾਸਤੇ ਜੋ ਨਿਯਮ ਬਣਾਇਆ ਹੈ, ਸਤਿਯੁਗ ਸਤ ਔਰ ਤੇਤਾ ਜੋਗੀ ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦਿੜੈ ਕਲ ਕੇਵਲ ਨਾਮ ਆਧਾਰ। ਇਸ ਵਾਸਤੇ ਕਲਯੁਗ ਦੇ ਅੰਦਰ ਨਾਮ ਅਭਿਆਸ ਦੀ ਜਿਹੜੀ ਮਹਿਮਾ ਹੈ ਉਹ ਬੜੀ ਅਲੌਕਿਕ ਹੈ। ਐਸਾ ਨਹੀਂ ਕਿ ਆਪਣਾ ਕੋਈ ਵਿਹਾਰ ਕਾਰ ਛੱਡ ਕੇ ਫਿਰ ਨਾਮ ਜਪਣਾ, ਆਪਣੀ ਕਿਰਤ ਕਰਦਿਆਂ ਹੋਇਆਂ ਨਾਮ ਜਪਣਾ ਹੈ। ਸੰਗਤ ਵਿੱਚ ਆ ਗਏ ਹਾਂ, ਸੰਗਤੀ ਸਰੂਪ ਦੇ ਵਿੱਚ ਵਿਚਰਦਿਆਂ ਹੋਇਆਂ ਉਸ ਵੇਲੇ ਵੀ ਊਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ। ਹਰ ਸਮੇਂ ਆਪਣਾ ਜਿਹੜਾ ਮਨ ਦਾ ਸੰਕਲਪ ਹੈ, ਵਿਚਾਰ ਹੈ ਬੁੱਧੀ ਦਾ, ਉਹ ਗੁਰੂ ਸ਼ਬਦ ਦੇ ਨਾਲ ਹੀ ਜੋੜ ਕੇ ਰੱਖਣਾ ਹੈ। ਚਾਹੇ ਪਾਠ ਰੂਪ 'ਚ ਹੈ, ਕੀਰਤਨ ਰੂਪ ਹੈ, ਕਥਾ ਰੂਪ ਹੈ, ਚਾਹੇ ਸ਼ਬਦ ਦਾ ਜਾਪ ਬੈਖਰੀ ਬਾਣੀ ਦੁਆਰਾ ਹੈ, ਜਾਂ ਇਕਾਂਤ ਵਿੱਚ ਬਹਿ ਕੇ ਆਪਣੇ ਸਵਾਸ ਦੀ ਗਤੀ ਨੂੰ ਦੇਖਣਾ, ਫਿਰ ਸਵਾਸ ਦੇ ਨਾਲ ਜਾਪ ਵਗੈਰਾ ਸਿਮਰਨ ਵਗੈਰਾ ਕਰਨਾ। ਇਸ ਤਰ੍ਹਾਂ ਸਮੇਂ ਸਮੇਂ ਦੇ ਨਾਲ ਜਿਸ ਤਰ੍ਹਾਂ ਦਾ ਵੀ ਵਿਚਾਰ ਹੈ ਕਿ ਆਪਣੀ ਜਿਹੜੀ ਸੁਰਤੀ ਬਿਰਤੀ ਹੈ ਉਹ ਹਰ ਵੇਲੇ ਗੁਰੂ ਸ਼ਬਦ ਦੇ ਨਾਲ ਜੋੜਨੀ ਹੈ। ਬਾਣੀ ਪੜ੍ਹਨ ਵਾਸਤੇ ਮਨ ਕਰਦਾ ਬਾਣੀ ਪੜ੍ਹੋ। ਮੂਲ ਮੰਤਰ ਹੈ, ਮੂਲ ਮੰਤਰ ਗੁਰ ਮੰਤਰ ਹੈ ਅਤੇ ਉਹਦਾ ਜਾਪ। ਸਿਰਫ ਇਹ ਕਾਰਨ ਕੀ ਹੈ, ਚਾਹੇ ਬਾਣੀ ਦੁਆਰਾ ਮਨ ਦਾ ਪਰਚਾ ਪੈ ਜਾਏ, ਮੂਲ ਮੰਤਰ ਦੁਆਰਾ, ਗੁਰ ਮੰਤਰ ਦੁਆਰਾ, ਗੁਰੂ ਨਾਲ ਪ੍ਰੇਮ ਦਾ ਪਰਚਾ ਪਾਉਣਾ ਹੈ ਆਪਣੇ ਹਿਰਦੇ ਦੀ ਸ਼ੁੱਧੀ ਵਾਸਤੇ, ਪਵਿੱਤਰਤਾ ਵਾਸਤੇ। ਸੋ ਸਤਿਗੁਰੂ ਜੀ ਨੇ ਸਮੇਂ ਦੀ ਬੜੀ ਸੁੰਦਰ ਵੰਡ ਕਰਕੇ ਸਾਨੂੰ ਦਿੱਤੀ ਹੈ। ਅੰਮ੍ਰਿਤ ਵੇਲੇ ਉੱਠਣਾ, ਕਿਰਿਆ ਕਰਨੀ, ਇਸ਼ਨਾਨ ਪਾਣੀ ਕਰਨਾ ਔਰ ਬਾਣੀ ਦਾ ਨਿਤਨੇਮ, ਗੁਰ ਸ਼ਬਦ ਦਾ ਅਭਿਆਸ, ਫਿਰ ਆਪਣੀ ਜਿਹੜੀ ਕਿਰਤ ਵਗੈਰਾ ਹੈ ਉਹ 'ਚ ਪ੍ਰਵਿਰਤ ਹੋਣਾ। ਇਹ ਪਿਛਲੇ ਪੈਰ ਦੇ ਦੀਵਾਨਾਂ 'ਚ ਫਿਰ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਜਾਂ ਇਤਿਹਾਸ, ਇਸੇ ਤਰ੍ਹਾਂ ਫਿਰ ਢਾਡੀ ਵਾਰਾਂ ਵੀ ਹੈ ਅਤੇ ਸ਼ਾਮ ਦਾ ਨਿਤਨੇਮ ਹੈ ਅਤੇ ਜਾਂ ਸ਼ਬਦ ਦਾ ਅਭਿਆਸ ਇਕੱਲੇ ਬਹਿ ਕੇ ਜਾਂ ਸੰਗਤੀ ਦੇ ਰੂਪ ਵਿੱਚ, ਜਿਸ ਤਰ੍ਹਾਂ ਦਾ ਵੀ ਸਮਾਂ ਬਣੇ। ਮਨ ਨੂੰ ਪਵਿੱਤਰ ਰੱਖਣ ਵਾਸਤੇ ਹਰ ਵੇਲੇ ਕਿਸੇ ਨਾ ਕਿਸੇ ਸ਼ੁਭ ਕਾਰਜ ਵਿੱਚ ਇਹਨੂੰ ਜੋੜੀ ਰੱਖਣਾ, ਵਿਹਲਾ ਨਹੀਂ ਰਹਿਣ ਦੇਣਾ। ਕਿਉਂਕਿ ਥੋੜ੍ਹਾ ਜਿਹਾ ਵੀ ਅਵੇਸਲਾ ਹੋ ਜਾਏ ਫਿਰ ਇਹਦਾ ਜਿਹੜਾ ਸੁਭਾਅ ਹੈ ਉਹ ਬੁਰੇ ਪਾਸੇ ਨੂੰ ਛੇਤੀ ਦੌੜਦਾ ਹੈ। ਚੰਗੇ ਪਾਸੇ ਲਾਉਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਗੰਦੀ ਨਾਲੀ 'ਚ ਪਾਣੀ ਆਪੇ ਰੁੜਿਆ ਜਾਂਦਾ, ਟਾਂਚੀ 'ਤੇ ਚੜਾਉਣਾ ਹੋਵੇ ਮੋਟਰ ਦਾ ਵੀ ਪੂਰਾ ਜ਼ੋਰ ਲੱਗਦਾ। ਚੰਗੇ ਪਾਸੇ ਤੁਰਨ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ। ਬੁਰਾਈ ਵੱਲ ਜਨਮ ਜਨਮ ਕੀ ਇਸ ਮਨ ਕੋ ਅਮਲ ਲਾਗੀ, ਕਾਲਾ ਹੁਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਓ। ਕਿਉਂਕਿ ਇਹਦਾ ਜਿਹੜਾ ਪ੍ਰਵਾਹ ਉਹ ਬੁਰੇ ਪਾਸੇ ਕਈ ਜਨਮਾਂ ਤੋਂ
ਬਹਿ ਰਿਹਾ ਅਤੇ ਉੱਧਰੋਂ ਜਿਹੜਾ ਮੋੜਨਾ ਉਹ ਸੌਖਾ ਨਹੀਂ, ਬੜਾ ਕਠਿਨ ਆ। ਉਹਦੇ ਵਾਸਤੇ ਬੜਾ ਅਭਿਆਸ ਕਰਨਾ ਪੈਂਦਾ ਹੈ। ਪਹਿਲਾਂ ਤਾਂ ਵੀ ਮਹਾਂਪੁਰਖ ਸੰਗਤ ਦਾ ਜੋੜੇ ਝਾੜੋ ਭਾਈ, ਬਰਤਨ ਸਾਫ਼ ਕਰੋ, ਝਾੜੂ ਪੋਚਾ, ਹੋਰ ਸੇਵਾਵਾਂ ਬੇਅੰਤ ਹੈਗੀਆਂ। ਫਿਰ ਹੌਲੀ ਹੌਲੀ ਮਨ ਸਥੂਲ ਤੋਂ ਥੋੜ੍ਹਾ ਸੂਖਮ ਭਾਵ, ਫਿਰ ਇਹਨੂੰ ਕਥਾ ਕੀਰਤਨ ਵਿੱਚ ਲਾਉਂਦੇ ਆ। ਫਿਰ ਹੌਲੀ ਹੌਲੀ ਬਾਣੀ ਦੇ ਨਿਤਨੇਮ ਵਿੱਚ, ਫਿਰ ਸ਼ਬਦ ਦੇ ਅਭਿਆਸ ਵਿੱਚ। ਜਿਵੇਂ ਜਿਵੇਂ ਬਿਰਤੀ ਸੂਖਸ਼ਮ ਹੁੰਦੀ ਜਾਂਦੀ ਹੈ, ਫਿਰ ਉਹ ਸ਼ਬਦ ਵਿੱਚ ਇਹਦੀ ਸੁਰਤੀ ਜਿਹੜੀ ਹੈ ਹੌਲੀ ਹੌਲੀ ਟਿਕਣ ਲੱਗ ਜਾਂਦੀ ਹੈ। ਜਦੋਂ ਮਨ ਦਾ ਟਿਕਾਅ ਬਣ ਜਾਏ, ਫੁਰਨੇ ਮੁੱਕ ਜਾਣ, ਕੋਈ ਸਕਲਪ ਨਾ ਫੁਰੇ, ਫਿਰ ਸੁਤੇ ਸਿੱਧੇ ਸਮਾਧੀ ਲੱਗ ਜਾਂਦੀ ਹੈ। ਇਸ ਵਾਸਤੇ ਜਿਹੜੇ ਫੁਰਨੇ ਆ ਉਹੀ ਬਿਰਤੀ ਨੂੰ ਉਹ ਖੇਡਦੇ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਇਹ ਵਿਚਾਰ ਗੁਰਸਿੱਖਾਂ ਨੂੰ ਦਿੱਤਾ ਕਿ ਕਿਸ ਤਰ੍ਹਾਂ ਸਾਰੇ ਸਮੇਂ ਨੂੰ ਬੜੀ ਸੁੰਦਰ ਐਡਜਸਟਮੈਂਟ ਕਰਕੇ ਦਿੱਤੀ ਹੋਈ ਹੈ ਕਿ ਕੋਈ ਸਮਾਂ ਐਸਾ ਹੋਵੇ ਹੀ ਨਾ ਕਿ ਇਹ ਅਵੇਸਲਾ ਹੋ ਕੇ ਕੋਈ ਗਲਤ ਕਾਰਜ ਕਰ ਸਕੇ। ਅਤੇ ਜੇ ਫਿਰ ਆਪਾਂ ਗੁਰੂ ਦੀ ਦਰਸਾਈ ਹੋਈ ਮਰਜ਼ਾਦਾ ਛੱਡ ਕੇ ਆਪਣੀ ਮਨਮਰਜ਼ੀ ਨਾਲ ਕੋਈ TV ਦੇ ਮਾੜੇ ਪ੍ਰੋਗਰਾਮ ਦੇਖਦੇ ਹਾਂ ਚੈਨਲਾਂ 'ਤੇ, ਜਾਂ ਕੋਈ ਗੰਦੇ ਗੀਤ ਸੁਣਨ ਪੜ੍ਹਨ ਵਿੱਚ ਲੱਗੇ ਹਾਂ, ਉਹ ਫਿਰ ਸਾਡਾ ਆਪਣਾ ਹੀ ਕਰਮ ਆ, ਕਿਉਂਕਿ ਅਸੀਂ ਗੁਰੂ ਦੇ ਆਸ਼ੇ ਤੋਂ ਪਰੇ ਹੋ ਗਏ। ਹਾਂ, ਵਿਗਿਆਨ ਦੇ ਯੁੱਗ ਵਿੱਚ ਵਿੱਦਿਆ ਦੇ ਵਿਕਾਸ ਵਾਸਤੇ ਹੋਰ ਚੰਗੇ ਵੀ ਬੜੇ ਸਾਧਨ ਹੈਗੇ ਆ, ਉੱਥੋਂ ਆਪਾਂ ਲਾਹਾ ਵੀ ਲੈ ਸਕਦੇ ਹਾਂ। ਉਹ ਮਨ ਦਾ ਜਿਹੜਾ ਸੁਭਾਅ ਆ ਕਿ ਭਾਵੇਂ ਉਹਨਾਂ ਸਿਆਣਿਆਂ ਨੇ ਚੰਗੀਆਂ ਚੀਜ਼ਾਂ ਵੀ ਬਹੁਤ ਰਿਕਾਰਡ ਕੀਤੀਆਂ, ਪਰ ਉੱਧਰ ਮਨ ਘੱਟ ਜਾਂਦਾ। ਇਹ ਜਿਹੜੇ ਚੰਚਲਤਾ ਵਾਲੀਆਂ ਚੀਜ਼ਾਂ ਕਹਿੰਦੇ ਅਸੀਂ ਆਪਣਾ ਮਨ ਲਾਉਂਦੇ ਹਾਂ, ਟਾਈਮ ਪਾਸ ਕਰਦੇ ਹਾਂ, ਮਨ ਨਹੀਂ ਲੱਗਦਾ, ਮਨ ਚੰਚਲ ਹੋ ਜਾਂਦਾ, ਟਾਈਮ ਪਾਸ ਹੀ ਨਹੀਂ ਹੁੰਦਾ, ਉਹ ਟਾਈਮ ਵੇਸਟ ਹੁੰਦਾ। ਸਮਾਂ ਸਹੀ ਢੰਗ ਨਾਲ ਪਾਸ ਕਰਨ ਵਾਸਤੇ ਸਾਨੂੰ ਫਿਰ ਗੁਰਮਰਜ਼ਾਦਾ ਦਾ, ਗੁਰੂ ਮਹਾਰਾਜ ਦੇ ਹੁਕਮਾਂ ਦਾ ਖਿਆਲ ਰੱਖਦਿਆਂ ਹੋਇਆਂ ਫਿਰ ਤਾਂ ਆਪਾਂ ਕੋਈ ਚਾਹੇ ਵਿੱਦਿਆ ਵਿਕਾਸ ਵਾਲੀ ਗੱਲ ਹੈ ਜਾਂ ਕੋਈ ਗੁਰਮਤਿ ਦੇ ਅਨੁਸਾਰ ਨਾਮ ਬਾਣੀ ਦਾ, ਉਹਦੇ ਵਿੱਚ ਤਾਂ ਲਾਭ ਹੈ, ਉਹ ਕਰ ਸਕਦੇ ਹਾਂ। ਅਤੇ ਜੇ ਆਪਣੀ ਮਨਮਰਜ਼ੀ ਨਾਲ ਫਿਰ ਗੰਦੀਆਂ ਫਿਲਮਾਂ, ਗੰਦੇ ਦ੍ਰਿਸ਼ ਦੇਖਦੇ ਹਾਂ, ਇਹ ਚੀਜ਼ਾਂ ਜਿਹੜੀਆਂ ਮਨ ਨੂੰ ਚੰਚਲ ਵੀ ਕਰਦੀਆਂ ਔਰ ਬੇਕਾਰੀ ਵੀ ਕਰਦੀਆਂ, ਅਧੋ ਪਤਨ ਵੱਲ ਲੈ ਜਾਂਦੀਆਂ ਔਰ ਬੜਾ ਨੁਕਸਾਨ ਕਰਦੀਆਂ, ਸਮਾਂ ਵੀ ਵੇਸਟ ਹੁੰਦਾ ਹੈ। ਸੋ ਇਸ ਵਾਸਤੇ ਇਹ ਗੁਰੂ ਮਹਾਰਾਜ ਨੇ ਕਿੰਨਾ ਸੁੰਦਰ ਸਾਧਨ ਇਹ ਬਖਸ਼ਿਸ਼ ਕੀਤਾ। ਆਪ ਸਾਰਿਆਂ ਨੇ ਰਾਗੀ ਸਿੰਘਾਂ ਤੋਂ ਬੜੇ ਪਿਆਰ ਨਾਲ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦਾ ਸ਼ਬਦ ਸਰਵਣ ਕੀਤਾ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਰ ਭਿਅੰਗਮ ਸਾਧੇ। ਇਹਦੇ ਤਕਰੀਬਨ ਜਿੰਨੇ ਮੇਨ ਸਾਧਨ ਆ ਸਾਰਿਆਂ ਦੀ ਗਿਣਤੀ ਕੀਤੀ ਆ। ਫਿਰ ਇਨਸਾਨ ਨੇ ਇਹ ਸਾਰੇ ਸਾਧਨ ਕਰ ਦੇਖੇ ਆ, ਪਰ ਜਿਹੜਾ ਮਨ ਸੀ ਇਹਦੇ ਵਿੱਚ ਕੋਈ ਟਿਕਾ ਨਹੀਂ ਬਣਿਆ। ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਵੀ ਇਹ ਤਾਂ ਆਪ ਜੀ ਨੇ ਕਿਰਪਾ ਕਰਤਾ ਅਤੇ ਟੱਕਰਾਂ ਮਾਰ ਕੇ ਅਸੀਂ ਵੀ ਦੇਖ ਲਿਆ, ਫਿਰ ਕਲਿਆਣ ਦਾ ਸਾਧਨ ਆਪ ਬਖਸ਼ਿਸ਼ ਕਰੋ। ਫਿਰ ਪਾਤਸ਼ਾਹ ਨੇ ਇਹ ਸ਼ਬਦ ਦੇ ਅੰਤ ਵਿੱਚ ਜੋ ਮੋਰਲ ਨਤੀਜਾ ਕੱਢਿਆ ਉਹ ਇਹ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ, ਕਉ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣ।
ਇਸ ਵਾਸਤੇ ਹਰੀ ਦੀ ਕੀਰਤੀ, ਪਰਮੇਸ਼ਰ ਦਾ ਜਸ, ਨਾਮ ਬਾਣੀ ਦਾ ਅਭਿਆਸ, ਇਸ ਚੀਜ਼ ਨੂੰ ਮਹਾਰਾਜ ਨੇ ਦੁਹਰਾਇਆ ਕਿ ਸਾਰੇ ਸਾਧਨਾਂ ਤੋਂ ਉੱਤਮ ਔਰ ਸਰਵੋਤਮ ਔਰ ਸ੍ਰੇਸ਼ਟ ਸਾਧਨ ਹੈ। ਸੋ ਆਓ ਮਨ ਬਿਰਤੀ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਲਈ ਗਿਆਨੀ ਜੀ ਨੇ ਜੋ ਸ਼ਬਦ ਪੜ੍ਹਿਆ, ਆਪ ਜੀ ਨੂੰ ਸਰਵਣ ਕਰਾਇਆ, ਵਿਚਾਰ ਸਰਵਣ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰਬਿੰਦ ਤੋਂ ਜੋ ਬਾਣੀ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਦਾ ਧਿਆਨ, ਓਟ ਆਸਰਾ, ਉਹਨਾਂ ਤੋਂ ਸਮੱਤ ਲੈ ਕੇ ਇਸ ਵਿਚਾਰ ਨੂੰ ਕਰੀਏ, ਸੁਣੀਏ, ਵਿਚਾਰੀਏ ਔਰ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ। ਸ਼ਲੋਕ ਮਹਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਉਂਕਿ ਉਹਨਾਂ ਦਾ ਜੇ ਜੀਵਨ ਪੜ੍ਹੀਏ, ਵਿਚਾਰੀਏ, ਪਹਿਲਾ ਜੀਵਨ ਦਾ ਹਿੱਸਾ ਤੀਰਥ ਯਾਤਰਾ ਦੇ ਵਿੱਚ ਹੀ ਬਤੀਤ ਹੋਇਆ। ਘਰ ਦੀ ਕਿਰਤ ਵੀ ਕਰਦੇ ਰਹੇ, 21 ਵਾਰ ਗੰਗਾ ਜੀ ਗਏ ਔਰ ਇਸੇ ਦੌਰਾਨ ਉਹਨਾਂ ਨੂੰ ਕੋਈ ਵਿਦਵਾਨ, ਜੋਤਿਸ਼ੀ, ਪੰਡਤ ਵਿਦਵਾਨ ਮਿਲੇ ਅਤੇ ਆਪ ਜੀ ਖੂਹ ਤੋਂ ਜਲ ਡੋਰੀ ਕਮੰਡਲ ਨਾਲ ਭਰ ਰਹੇ ਸੀ। ਉਹਨਾਂ ਨੇ ਜਲ ਛਕਣ ਦੀ ਇੱਛਾ ਕੀਤੀ। ਫਿਰ ਪੁੱਛਿਆ ਵੀ ਤੁਸੀਂ ਕੋਈ ਗੁਰੂ ਧਾਰਿਆ? ਕਹਿਣ ਲੱਗੇ ਜੀ ਗੰਗਾ ਮਾਈ ਗੁਰੂ। ਕਹਿੰਦੇ ਨਹੀਂ, ਜਿਹੜਾ ਬਚਨ ਪੁੱਛਦੇ। ਕਹਿੰਦੇ ਇਸ ਤਰ੍ਹਾਂ ਤੇ ਨਹੀਂ। ਉਹਨੂੰ ਫਿਰ ਉਹ ਜਲ ਛਕਿਆ ਨਹੀਂ ਵੀ ਇੰਨਾ ਚਿਰ ਹੋਇਆ ਤੁਸੀਂ ਗੁਰੂ ਹੀ ਨਹੀਂ ਧਾਰਿਆ। ਉਹ ਮਨ 'ਤੇ ਬੜਾ ਪ੍ਰਭਾਵ ਹੋਇਆ ਅਤੇ ਉੱਥੇ ਲਿਟ ਗਏ। ਜਿਸ ਵੇਲੇ ਹੁਣ ਚਰਨਾਂ ਦੀਆਂ ਰੇਖਾਂ ਦੇਖੀਆਂ, ਮਹਾਰਾਜ ਚਰਨਾਂ 'ਚ ਪਦਮ ਸੀ। ਉਹ ਬੜਾ ਹੈਰਾਨ, ਕਹਿੰਦੇ ਵੀ ਤੁਸੀਂ ਤਾਂ ਬੜੇ ਮਹਾਨ ਪੁਰਸ਼ ਹੈ, ਵੀ ਕਾਰਨ ਹੁਣ ਤੇ ਇਹ ਢਿੱਲ-ਮੱਠ ਕਿਉਂ ਹੋਈ? ਫਿਰ ਉਹ ਕਹਿੰਦਾ ਵੀ ਤੁਹਾਡਾ ਅਕਵਾਲ ਥੋੜ੍ਹੇ ਸਮੇਂ ਬਾਅਦ ਪ੍ਰਗਟ ਹੋਏਗਾ। ਮਸਤਕ ਦੀਆਂ, ਪੇਟ ਦੀਆਂ, ਚਰਨਾਂ, ਹੱਥਾਂ ਦੀਆਂ ਰੇਖਾਂ ਦੇਖੀਆਂ। ਮਹਾਰਾਜ ਨੇ ਉਹਨੂੰ ਵੀ ਚਲੋ ਵਿਦਵਾਨ ਆ, ਸਤਿਕਾਰ ਵਾਸਤੇ ਕੋਈ ਸੇਵਾ ਦੇਣੀ ਚਾਹੀਦੀ। ਕਹਿੰਦੇ ਹੁਣ ਨਹੀਂ, ਜਦੋਂ ਬਖਸ਼ਿਸ਼ ਹੋਏਗੀ ਉਦੋਂ। ਜਦੋਂ ਫਿਰ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਕੇ ਬਖਸ਼ਾਂ ਲਈਆਂ, ਫਿਰ ਉਹ ਆਇਆ ਅਤੇ ਮਹਾਰਾਜ ਨੇ ਕਿਹਾ ਦੱਸੋ ਪੰਡਿਤ ਜੀ, ਧਨ ਦਈਏ ਕੀ ਦਈਏ? ਕਿ ਜਾਂ ਨਾਮ? ਵਿਦਵਾਨ ਸੀ। ਕਹਿਣ ਲੱਗਾ ਮਹਾਰਾਜ, ਜੇ ਤੁਸੀਂ ਖੁਸ਼ ਹੋਏ ਆ ਕਿ ਤੇਜੋ ਕੇ ਨੰਦਨ ਮੇਰੇ ਦੋਨੋਂ ਨਿਰਮਲ ਪੱਖ ਚਲਾਏ, ਮੇਰੇ ਦੋਨੋਂ ਪੱਖ ਪਵਿੱਤਰ ਚਲਾਓ। ਧਨ ਨਹੀਂ ਅਤੇ ਇਸ ਲੋਕ ਵਿੱਚ ਵੀ ਬੜੀ ਔਖਿਆਈ ਹੈ, ਗਰੀਬੀ ਦਾ ਜੀਵਨ ਬੜਾ ਕਸ਼ਟਦਾਈ ਹੁੰਦਾ। ਜੇ ਨਾਮ ਨਹੀਂ ਦਿੰਦੇ ਅਤੇ ਪਰਲੋਕ 'ਚ ਢੋਈ ਨਹੀਂ। ਕਹਿਣ ਲੱਗੇ ਪੰਡਿਤ ਜੀ ਤੁਸੀਂ ਬੜੇ ਸਿਆਣੇ ਸੀ, ਇੱਕ ਤੀਰ ਨਾਲ ਦੋ ਨਿਸ਼ਾਨੇ, ਲੋਕ ਔਰ ਪਰਲੋਕ ਦਾ ਸੁੱਖ ਮੰਗ ਲਿਆ। ਸੋ ਫਿਰ ਦੇਖੋ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਚਰਨਾਂ 'ਚ 72 ਸਾਲ ਦੀ ਉਮਰ 'ਚ ਸੇਵਾ ਆਰੰਭ ਕੀਤੀ। 84 ਸਾਲ ਤੱਕ ਗਾਗਰ ਜਲ ਦੀ ਲਿਆਉਣੀ, ਕਿਸ ਤਰ੍ਹਾਂ ਪਿਛਲਖੁਰੀ ਆਉਣਾ। ਜਾਂਦਿਆਂ ਫਿਰ ਰਾਹ 'ਚ ਖਡੂਰ ਸਾਹਿਬ ਔਰ ਗੋਇੰਦਵਾਲ ਸਾਹਿਬ ਦੇ ਰਸਤੇ 'ਚ ਫਾਟਕ ਦੇ ਉੱਤੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਆ। ਉਹ ਕਰੀਰ ਦਾ ਦਰਖਤ ਹੈ, ਇੱਕ ਲਾਹੀ ਕਰਦੇ ਸਨ ਅਤੇ ਫਿਰ ਚਾਲੇ ਪਾਉਂਦੇ ਸੀ। 12 ਸਾਲ ਮੀਂਹ ਜਾਏ, ਹਨੇਰੀ ਜਾਏ, ਝੱਖੜ ਚੁੱਲੇ। ਦੇਖੋ ਅੱਜ ਵਾਲੀਆਂ GT ਰੋਡਾਂ ਤਾਂ ਹੈ ਨਹੀਂ, ਪੱਗ ਡੰਡੀਆਂ ਸੀ। ਫਿਰ ਦਰਿਆ ਵਿੱਚ ਵੀ ਬੜਾ ਛੰਭ, ਹੜ੍ਹ ਹੁੜ ਵੀ ਆ ਜਾਂਦੇ। ਅਤੇ ਹੁਣ ਕਦੋਂ ਸੌਂਦੇ ਹੋਣਗੇ? ਪੂਰੇ 1 ਵਜੇ ਇਸ਼ਨਾਨ ਕਰਾਉਣਾ, ਕੋਈ ਹੈਗਾ ਟਾਈਮ? ਫਿਰ ਦਿਨ ਨੂੰ ਲੰਗਰ ਸੇਵਾ, ਹਜ਼ੂਰੀ ਸੇਵਾ ਮਹਾਰਾਜ ਦੀ। ਫਿਰ ਖੂਹਾਂ ਤੋਂ ਪਾਣੀ ਕੱਢ ਕੇ
ਲੰਗਰ ਦਾ ਜਲ ਭਰਨਾ, ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ, ਰਾਜ ਮਿਲਕ ਸੁਖਦਾਰੀਆਂ ਅਗਨੀ ਮੈਂ ਜਾਲ, ਸੰਤ ਜਨਾ ਕਾ ਸ਼ੋਹਰਾ ਤਿਸ ਚਰਣੀ ਲਾਗ, ਮਾਇਆ ਧਾਰੀ ਛਤਰਪਾ ਤੈਨੂੰ ਛੋਡੋਂ ਤਿਆਗ, ਕਿਵੇਂ ਘਾਲ ਘਾਲੀ ਫਿਰ ਬਖਸ਼ਿਸ਼ ਹੋ ਗਈ ਅਤੇ ਕੀਲੀ ਨਾਲ, ਹਾਂਜੀ, ਅਤੇ ਇਸ ਤਰ੍ਹਾਂ ਉਹਨੂੰ ਪਕੜ ਕੇ ਕਿਸ ਤਰ੍ਹਾਂ ਤਪ ਸਾਧਨ ਕਰਨਾ। ਪਹਿਲਾ ਪੈਰ ਹੋ ਗਿਆ ਤੀਰਥ, ਦੂਸਰਾ ਹੋ ਗਿਆ ਤਪ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਜਿਹੜੀ ਗੁਰੂ ਦੀ ਸੇਵਾ ਆ, ਇਹਦੇ ਬਰਾਬਰ ਤਪੱਸਿਆ ਕਿਹੜੀ ਹੈ? ਸਭ ਨੂੰ ਵੱਡੀ ਤਪੱਸਿਆ। ਔਰ ਮਾਤਾ ਪਿਤਾ ਦੀ ਸੇਵਾ, ਇਹਦਾ ਵੀ ਬੜਾ ਫਲ ਹੈ। ਮਾਤਾ ਪਿਤਾ ਦਾ ਸਤਿਕਾਰ ਕਰਨਾ, ਸੇਵਾ ਕਰਨੀ, ਅਤੇ ਗੁਰੂ ਮਹਾਰਾਜ ਦੀ ਸੇਵਾ, ਸੰਗਤ ਦੀ ਸੇਵਾ, ਦੇਸ਼ ਕੌਮ ਦੀ ਸੇਵਾ, ਲੰਗੜੇ ਲੂਲੇ ਪਿੰਗਲੇ ਅਪਾਹਜਾਂ ਬਜ਼ੁਰਗਾਂ ਦੀ ਸੇਵਾ। ਸੇਵਾ ਦਾ ਪਸ਼ੂ ਪੰਛੀਆਂ ਦੀ ਵੀ ਵਿਅਰਥ ਨਹੀਂ ਜਾਂਦੀ। ਸੇਵਾ ਤਾਂ ਸੇਵਾ ਹੀ ਆ ਨਾ। ਸੋ ਇਸ ਵਾਸਤੇ ਉਹ ਇੱਕ ਕਹਾਣੀ ਹੈ ਅਤੇ ਬਾਹਰੋਂ ਕਿ ਅੱਗੇ ਗੋਰੇ ਲੋਕ ਹਬਸ਼ੀ ਰੱਖਦੇ ਹੁੰਦੇ ਸੀ, ਇਹਨਾਂ ਨੂੰ ਬੜਾ ਤੰਗ ਕਰਨਾ। ਅਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜਦੋਂ ਰੋਮ 'ਚ ਆਏ ਅਤੇ ਮਹਾਰਾਜ ਨੇ ਇਹਨਾਂ ਤੋਂ ਇਹ ਧੰਦਾ ਛਡਾਇਆ ਸੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ, ਇਹ ਮਨੁੱਖ 'ਤੇ ਜ਼ੁਲਮ ਨਾ ਕਰੋ, ਇਹ ਵੀ ਤੁਹਾਡੇ ਵਰਗੇ ਇਨਸਾਨ ਹੈ। ਉਹ ਸਾਧ ਸੰਗਤ ਜੀ ਸਾਖੀਆਂ 'ਚ ਆਉਂਦਾ ਵੀ ਹਬਸ਼ੀਆਂ ਦੇ ਦੇਸ਼ 'ਚ ਗਏ, ਕਿੱਥੇ ਕਿੱਥੇ ਮਹਾਰਾਜ ਕਿਰਪਾ ਕਰਦੇ ਰਹੇ। ਉਹ ਤੰਗ ਆ ਗਿਆ ਵੀ ਖਾਣ ਨੂੰ ਪੂਰਾ ਮਿਲਦਾ ਨਹੀਂ, ਬਹੁਤ ਜ਼ਿਆਦਾ ਧੱਕਾ ਕਰਦੇ, ਉਹ ਭੱਜ ਗਿਆ। ਉਹ ਜਿਹੜੇ ਜੰਗਲ 'ਚ ਗਿਆ ਤਾਂ ਉੱਥੇ ਸ਼ੇਰ ਸੀ, ਸ਼ੇਰ ਦੇ ਚਰਨ ਵਿੱਚ ਕੰਡਾ ਲੱਗਾ ਹੋਇਆ ਸੀ। ਹੁਣ ਹੈ ਤਾਂ ਮਾਰੂ ਜਾਨਵਰ, ਪਰ ਦੁੱਖ ਜਿਹੜਾ ਉਹ ਬੜਬੜਿਆਂ ਨੂੰ ਅਧੀਨ ਕਰ ਦਿੰਦਾ। ਉਹ ਪੈਰ 'ਚ ਕੰਡਾ ਸੀ ਨਾ ਲਗਾਇਆ, ਉਹ ਦੁਖੀ ਤੇ ਐਵੇਂ ਇਸ਼ਾਰਾ ਜਿਹਾ ਕਰੇ ਵੀ ਮੇਰਾ ਕੰਡਾ ਕੱਢ। ਬੀਜ ਮੰਤਰ ਸਰਬ ਕੋ ਗਿਆਨ, ਹੈ ਤਾਂ ਸਭ ਨੂੰ ਗਿਆਨ। ਉਹਨੂੰ ਸੀ ਵੀ ਮੈਨੂੰ ਇਹ ਕਹਿੰਦਾ ਵੀ ਆ ਜਾ ਮੈਂ ਤੈਨੂੰ ਖਾਣਾ। ਉਹ ਡਰੇ, ਕਹਿੰਦਾ ਚਲੋ ਖਾ ਲਊਗਾ, ਕੰਮ ਨਿਬੜੂ। ਵੀ ਉਵੇਂ ਵੀ ਔਖਾ ਹੀ ਆ, ਭੁੱਖ ਦੇ ਦੁੱਖੋਂ। ਉਹ ਚਲੇ ਗਿਆ, ਜਾ ਕੇ ਕੰਡਾ ਕੱਢਿਆ, ਉਹਦੀ ਮਿੱਤਰਤਾ ਪੈ ਗਈ। ਉਹ ਮਹਾਰਾਜ ਆਪਣੇ ਦੱਸੇ ਵੀ ਆ ਜੰਗਲ 'ਚ ਇੱਥੇ ਫਾਲਿਆ, ਫਲ ਫੁੱਲ ਖਾ ਲਿਆ ਕਰੇ। ਅੱਛਾ, ਫਲ ਫੁੱਲ ਕਿੰਨੇ ਖਾ ਲਓ, ਹੋਰ ਪਦਾਰਥ ਖਾ ਲਓ, ਅੰਨ ਦੇ ਵਿੱਚ ਬਰਕਤ ਬਹੁਤ ਆ। ਭਾਵੇਂ ਸੁੱਕੀ ਰੋਟੀ ਹੋਵੇ, ਇਹ ਤੋਂ ਬਿਨਾਂ ਸੰਤੁਸ਼ਟੀ ਹੁੰਦੀ ਨਹੀਂ। ਗੰਢੇ ਫਾੜੀ ਨਹੀਂ ਹੋਵੇ। ਉਹ ਜੀ ਅਤੇ ਫਿਰ ਆ ਗਿਆ ਉੱਥੇ। ਉਹ ਜਿਹੜਾ ਉਹਦਾ ਮਾਲਕ ਸੀ, ਉਹਨੇ ਕਿਹਾ ਵੀ ਮੈਨੂੰ ਧੋਖਾ ਦਿੱਤਾ, ਚੋਰੀ ਭੱਜ ਗਿਆ, ਇਹਨੂੰ ਜੰਗਲ 'ਚ ਮੁਸ਼ਕਾਂ ਮੰਨ ਕੇ ਸ਼ੇਰ ਮੋਹਰੇ ਸੁੱਟੋ। ਹੁਣ ਜੰਗਲਾਂ 'ਚ ਬਹੁਤੇ ਸ਼ੇਰ ਤਾਂ ਹੁੰਦੇ ਹੀ ਨਹੀਂ। ਕੋਈ ਜਿਹੜੇ ਸੁੱਟਿਆ, ਉਹ ਇਹਦੇ ਪੈਰ ਚੱਟਣ ਲੱਗ ਪਿਆ। ਉਹ ਮਾਲਕ ਬੜਾ ਹੈਰਾਨ, ਵੀ ਕਮਾਲ ਦੀ ਗੱਲ ਆ, ਹਾਂਜੀ। ਉਹ ਜਿਹੜੇ ਪੁੱਛਿਆ, ਉਹਨੇ ਫਿਰ ਸਾਰੀ ਹਕੀਕਤ ਦੱਸੀ ਵੀ ਐਵੇਂ ਹੋਇਆ ਸੀ। ਉਹਨੇ ਫਿਰ ਕਿਹਾ ਵੀ ਅੱਜ ਤੋਂ ਵੀ ਤੁਹਾਨੂੰ ਛੁੱਟੀ ਹੈ, ਅਤੇ ਹੁਣ ਮੈਂ ਜ਼ੁਲਮ ਨਹੀਂ ਕਰਨਾ। ਕਹਿਣ ਤੋਂ ਭਾਵ ਦੇਖੋ, ਇੱਕ ਖੂਨਖਾਰ ਜਾਨਵਰ ਦੀ ਸੇਵਾ ਕੀਤੀ, ਉਹਨਾਂ ਮਿੱਤਰਤਾ ਪੈ ਗਈ। ਅਸੀਂ ਆਸਟ੍ਰੇਲੀਆ 'ਚ ਗਏ ਸੀ, ਉੱਥੇ ਉਹ ਪ੍ਰੇਮੀ ਜਿਹਨਾਂ ਕੋਲ ਠਹਿਰੇ ਸੀ, ਉਹਨੇ ਸਾਨੂੰ ਉਹ ਚੈਨਲ 'ਤੇ ਦਿਖਾਇਆ। ਕੋਈ ਗੋਰਾ ਸੀ, ਉਹਨੇ ਸ਼ੇਰ ਦਾ ਬੱਚਾ ਰੱਖਿਆ ਸੀ, ਉਹ ਪਾਲਿਆ, ਉਹਦਾ ਨਾਮ ਕ੍ਰਾਈਸਟ ਰੱਖਿਆ ਸੀ। ਅਤੇ ਉਹ ਫਿਰ ਗੁਆਂਢੀ ਸ਼ਿਕਾਇਤਾਂ ਲੱਗ ਪਿਆ ਕਰਨ। ਸਰਕਾਰ ਨੇ ਕਿਹਾ ਵੀ ਤੂੰ ਇਹਨੂੰ ਛੱਡ ਦੇ। ਉਹ ਜੀ ਉਹਨੂੰ ਜੰਗਲ ਵਿੱਚ ਛੱਡ ਦਿੱਤਾ। ਉਹ ਸ਼ੇਰ ਦੀ ਸ਼ਾਦੀ ਹੋ ਗਈ। ਉਹਦੇ ਸ਼ੇਰ ਦੇ 2 ਬੱਚੇ, ਸ਼ੇਰ ਸ਼ੇਰਨੀ ਦੇ 2 ਬੱਚੇ। ਉਹਦਾ ਮੋਹ ਸੀ, ਉਹ ਜੀ ਜੰਗਲ ਦੇ ਵਿੱਚ ਫੇਰ ਚਲੇ ਗਿਆ। ਉੱਥੇ ਕ੍ਰਾਈਸਟ ਆਵਾਜ਼ਾਂ ਮਾਰੇ, ਉਹ ਚਾਰੇ ਆ ਗਿਆ ਜੀ। ਉਹਨੇ ਸਾਨੂੰ ਦਿਖਾਇਆ, ਉਹ ਸ਼ੇਰ ਆਉਂਦਾ ਅਤੇ ਆ ਕੇ ਨਾ 2 ਬਾਹਾਂ ਗਲ ਨੂੰ ਪਾ ਕੇ ਜੱਫੀ ਪਾ ਲਈ। ਫਿਰ ਸ਼ੇਰਨੀ ਨੇ ਵੀ, ਦੋਨਾਂ ਬੱਚਿਆਂ ਨੇ। ਵੀ ਦੇਖੋ ਕਿਸੇ ਟਾਈਮ ਸੇਵਾ ਕੀਤੀ ਸੀ। ਉਹ ਖੂਨਖਾਰ ਜਾਨਵਰ ਵੀ ਪਰਉਪਕਾਰ ਭੁਲਾਉਂਦੇ ਨਹੀਂ।
ਪਰ ਬੰਦਾ ਐਸਾ ਅਕਿਰਤ ਕਹਾਣਿਆ ਇਹ ਭੁੱਲ ਜਾਂਦਾ। ਗੁਰੂ ਸਾਹਿਬ ਨੇ ਸਾਡੇ 'ਤੇ ਕਿੰਨੇ ਪਰਉਪਕਾਰ ਕੀਤੇ ਅਤੇ ਅਸੀਂ ਭੁਲਾ ਦਿੱਤੇ। ਅਤੇ ਜਿਹੜੇ ਚੇਤੇ ਰੱਖਦੇ ਆ ਉਹਨਾਂ ਨੂੰ ਮਹਾਰਾਜ ਦੀ ਬਖਸ਼ਿਸ਼ ਵੀ ਮਿਲਦੀ ਹੈ। ਸੋ ਇਸ ਵਾਸਤੇ ਕਹਿਣ ਦਾ ਪ੍ਰਯੋਜਨ ਕੀ ਹੈ, ਸੇਵਾ ਕਿਸੇ ਦੀ ਵੀ ਕਰ ਲਓ, ਉਹ ਵਿਅਰਥ ਨਹੀਂ ਜਾਂਦੀ, ਫਲ ਜ਼ਰੂਰ ਦਿੰਦੀ ਹੈ। ਹੁਣ ਅੱਜ ਦੇ ਯੁੱਗ ਵਿੱਚ ਇਨਸਾਨ ਐਸਾ ਆਪਣੇ ਬਾਗੀ ਹੋ ਗਿਆ। ਹੁਣ ਮਾਤਾ ਪਿਤਾ ਦਾ ਬਹੁਤ ਵੱਡਾ ਰਿਣ ਹੁੰਦਾ। ਹੁਣ ਮਾਤਾ ਕਿਵੇਂ ਗਰਭ ਵਿੱਚ ਪੁੱਤਰ ਪਾਲਦੀ, ਫਿਰ ਜਨਮ ਦਿੰਦੀ, ਖਾਣ ਪੀਣ ਤੋਂ ਪਰਹੇਜ਼, ਉੱਚੇ ਨੀਵੇਂ, ਉਹ ਕਿੰਨੇ ਸੂਤਕਾਂ ਪਾਤਕਾਂ ਤੋਂ ਆਪਣਾ ਬਚਾਅ ਕਰਦੀ। ਫਿਰ ਉਹ ਬੱਚਾ ਸਿਰੇ ਚੜ੍ਹਦਾ, ਕਿੰਨੀਆਂ ਸੁੱਖਣਾ ਸੁੱਖਦੀ। ਫਿਰ ਉਹਨੂੰ ਕਿਵੇਂ ਗੰਦ ਪਿਲ 'ਚ ਰਹਿ ਕੇ ਪਾਲਦੀ, ਪੜ੍ਹਾਉਂਦੇ ਆ, ਲਿਖਾਉਂਦੇ ਆ ਅਤੇ ਵਿਆਹੁੰਦੇ ਆ, ਸੈੱਟ ਕਰਦੇ ਆ, ਅਤੇ ਫਿਰ ਮਾਂ ਪਿਓ ਦੀ ਅਸੀਂ ਸੇਵਾ ਨਹੀਂ ਕਰਦੇ, ਕਿਰਤਕਣ ਬਣ ਜਾਂਦੇ। ਉਹਨਾਂ ਦਾ ਪਰਉਪਕਾਰ ਜਿਹੜਾ, ਉਹਦਾ ਰਿਣ ਚੁਕਾਇਆ ਨਹੀਂ ਜਾ ਸਕਦਾ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਜਿਹੜੇ ਪਰਉਪਕਾਰ ਕੀਤੇ ਆ, ਉਹ ਤਾਂ ਕੋਈ ਗਿਣਤੀ ਮਿਣਤੀ ਹੈ ਹੀ ਨਹੀਂ। ਇਸ ਵਾਸਤੇ ਇਨਸਾਨ ਨੂੰ ਅਕਿਰਤਕਣ ਨਹੀਂ ਬਣਨਾ ਚਾਹੀਦਾ। ਇਹ ਜਿਹੜੀਆਂ ਚੀਜ਼ਾਂ ਤੀਰਥ 'ਤੇ ਜਾਣ ਨਾਲ ਸਾਨੂੰ ਸਿੱਖਿਆ ਮਿਲਦੀ ਹੈ। ਤਪ ਕਰਨਾ, ਸੇਵਾ ਕਰਨਾ, ਆਤਮਾ ਬਲਵਾਨ ਹੁੰਦੀ, ਹਿਰਦਾ ਸ਼ੁੱਧ ਹੁੰਦਾ। ਦਇਆ, ਬਾਲਕ 'ਤੇ, ਬੁੱਢੇ 'ਤੇ, ਰੋਗੀ ਦੇ ਉੱਤੇ, ਅਪਾਹਜ ਦੇ ਉੱਤੇ, ਪਸ਼ੂ ਪੰਛੀ ਜਾਨਵਰ ਉੱਤੇ ਵੀ ਦਇਆ ਕਰਨੀ, ਇਹ ਬੜਾ ਪੁੰਨ ਹੈ। ਲੋੜਕਾਰ ਜਿਹੜਾ, ਉਹਦੀ ਸੇਵਾ ਕਰਨੀ। ਅਤੇ ਦਾਨ, ਜੇ ਮਨ 'ਚ ਦਇਆ ਵਾਲਾ ਭਾਵ ਹੋ ਤਾਂ ਹੀ ਦਾਨ ਦਊਗਾ, ਅਤੇ ਜਿਹਦਾ ਮਨ ਕਠੋਰ ਆ ਉਹ ਦਾਨ ਨਹੀਂ ਕਰ ਸਕਦਾ। ਇਸ ਵਾਸਤੇ ਦਾਨ ਜਿਹੜਾ, ਇਹ ਧਰਮ ਦੇ 4 ਪੈਰ ਆ, ਇਹਨਾਂ ਦੇ ਆਸਰੇ ਧਰਮ ਖਲੋਤਾ। ਤੀਰਥ ਯਾਤਰਾ ਵੀ ਜ਼ਰੂਰੀ ਹੈ, ਤਪ ਸਾਧਨ ਕਰਨਾ। ਹੁਣ ਦੇਖੋ ਕੜਾਹੀ ਆ, ਉਹਨੂੰ ਸੀਮਿੰਟ ਲੱਗਾ ਹੋਵੇ ਨਾ, ਅੱਗ 'ਤੇ ਰੱਖ ਦਿਓ, ਸੀਮਿੰਟ ਲੈ ਜਾਂਦਾ। ਇਸ ਤਰ੍ਹਾਂ ਜਿਹੜਾ ਤਪ ਆ, ਉਹ ਮਨ ਦੀ ਮੈਲ ਨੂੰ ਦੂਰ ਕਰਦਾ। ਇਸ ਵਾਸਤੇ ਜਲ ਢੋਣਾ, ਪੱਖਾ ਚਲਾਉਣਾ, ਲੰਗਰ ਦੀ ਸੇਵਾ ਕਰਨੀ, ਗੁਰਦੁਆਰਿਆਂ ਕਾਰ ਸੇਵਾ ਕਰਨੀ, ਵਿਦਿਆ ਪ੍ਰਚਾਰ। ਹੁਣ ਵਿਦਿਆ ਵਾਸਤੇ ਵੀ ਬੜੀ ਘਾਲਣਾ ਘਾਲਣੀ ਪੈਂਦੀ। ਇਹ ਤਾਂ ਨਹੀਂ ਵੀ ਆ ਗਿਆ ਅਤੇ ਬਾਜਾ ਫੜਿਆ, ਕੀਰਤਨ ਸੁਣਾਤਾ, ਕਥਾ ਸੁਣਾਤੀ। ਇਹ ਵੀ ਬੜਾ ਤਪ ਆ। ਜਾਂ ਦੁਨਿਆਵੀ ਤੌਰ 'ਤੇ ਵਿਦਿਆ ਪੜ੍ਹਨੀ, ਫਿਰ ਮਾਇਆ ਕਮਾਉਣੀ, ਫਿਰ ਦਾਨ ਦੇਣਾ, ਇਹ ਵੀ ਬੜੀ ਤਪੱਸਿਆ ਹੈ। ਬੱਚਿਆਂ ਦੀਆਂ ਜ਼ਿੰਦਗੀਆਂ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਫਿਲਾਸਫਰ ਬਣਨਾ, ਸਾਇੰਸਿਸਟ ਬਣਨਾ, ਸਾਹਿਤਕਾਰ ਬਣਨਾ, ਸੰਗੀਤਕਾਰ ਬਣਨਾ, ਜ਼ਿੰਦਗੀਆਂ ਗਲ ਜਾਣੀਆਂ। ਬੜੀ ਮਿਹਨਤ ਦੁਨਿਆਵੀ ਤੌਰ 'ਤੇ। ਅਤੇ ਜਿਹੜੀ ਪਰਮਾਰਥੀ ਤੌਰ 'ਤੇ ਵਿਦਿਆ, ਕਈ ਸਾਡੇ ਕਹਣਗੇ ਬਾਬਾ ਜੀ ਅਸੀਂ ਕਥਾ ਸਿੱਖਣੀ। ਮੈਂ ਕਿਹਾ ਵੀ ਜੇ ਤਾਂ ਹੈਗਾ ਲਵੇਰੀ ਵਿਦਿਆ ਹੀ, ਵਿਚਾਰ ਟੁੱਟ ਕੇ ਸਿੱਖ ਕੇ ਕੰਮ ਚਲਾਉਣਾ, ਫਿਰ ਤਾਂ ਵੀ ਗੱਲ ਹੈਗੀ ਵੱਖਰੀ। ਅਤੇ ਜੇ ਕਥਾ ਸਿੱਖਣੀ ਆ, ਫਿਰ ਇਹ ਗਿੱਲਾ ਪੀਣ ਆ, ਇਹਦਾ ਕਾਫੀ ਟਾਈਮ ਲੱਗ ਜਾਂਦਾ, ਕਾਫੀ ਗ੍ਰੰਥ ਪੜ੍ਹਨੇ ਪੈਂਦੇ ਆ, ਫਿਰ ਗੱਲ ਬਣਦੀ। ਸੋ ਇਸ ਵਾਸਤੇ ਅਤੇ ਅੱਜ ਕੱਲ੍ਹ ਤਾਂ ਟੋਟਕਿਆਂ ਵਾਲੀ ਗੱਲ ਆ। ਉਹ ਸਾਡੇ ਕੋਲ ਉੱਥੇ ਰਾਗੀ ਸਿੰਘ ਆ ਮਾਸਟਰ ਜੀ, ਉਹਨਾਂ ਦੇ ਵਿੱਚ ਬੜਾ ਆਰਟ ਆ ਕਿਸੇ ਨੂੰ ਕੀਰਤਨ ਸਿਖਾਉਣ ਦਾ। ਅਤੇ ਉਹ ਜਿਹੜੇ 4 ਸ਼ਬਦ ਸਿੱਖ ਲੈਣਗੇ, ਕਹਿੰਦੇ ਮਾਸਟਰ ਜੀ ਹੁਣ ਕਿਤੇ ਪ੍ਰੋਗਰਾਮ ਹੈ ਤਾਂ ਸਾਨੂੰ ਦੱਸ ਦਿਆ ਕਰੋ, ਬੋਤਾ ਰੇੜ ਲਿਆ ਕਰਾਂਗੇ। ਗੱਜ ਕੇ ਬੋਲੋ। ਹੁਣ ਬਹੁਤ ਇਹਦਾ ਬੋਤਾ ਰੇੜਨ ਵਾਲਾ ਕੰਮ ਹੈ, ਮਿਹਨਤ ਨਹੀਂ ਕਰਦੇ। ਪਰ ਨਹੀਂ, ਬੜੀ ਮਿਹਨਤ ਕਰਨੀ ਪੈਂਦੀ ਹੈ, ਫਿਰ ਜਾ ਕੇ ਕਿਤੇ ਇਹ ਜਿਹੜੀ ਬਖਸ਼ਿਸ਼ ਹੈ ਇਹ ਪ੍ਰਾਪਤ ਹੁੰਦੀ ਹੈ। ਸੋ ਇਸ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤੀਰਥ ਯਾਤਰਾ, ਤਪ ਅਤੇ ਦਇਆ ਅਤੇ ਦਾਨ, ਮਹਾਰਾਜ ਜਗ੍ਹਾ ਦਾਨੀ ਕੌਣ ਹੋ ਸਕਦਾ। ਇਸ ਵਾਸਤੇ ਉਹਨਾਂ ਨੇ ਪੂਰੇ ਇਹ ਜਿਹੜੇ 4 ਪੈਰ ਆ, 4 ਪੈਰ ਧਰਮ ਦੇ, ਭਾਈ ਗੁਰਦਾਸ ਵੀ ਕਹਿੰਦੇ। ਸੋ ਕਲਯੁਗ ਦੇ ਅੰਦਰ ਫਿਰ ਹਾਂਜੀ ਇਹ ਕਮਜ਼ੋਰੀ ਆ ਜਾਂਦੀ ਹੈ। ਉਹੀ ਕਲਯੁਗ ਆ ਜਿੱਥੇ ਇਹ
ਜਿਹੜੇ ਪੱਖ ਆ ਕਮਜ਼ੋਰ ਪੈ ਜਾਂਦੇ। ਜੇ ਪੱਖ ਕਲਯੁਗ ਜੋ ਹੀ ਕਾਇਮ ਆ ਉੱਥੇ ਵੀ ਚੜ੍ਹਦੀ ਕਲਾ। ਉਹ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਗੁਰਮੁਖ ਮਲਾਰ ਰਾਗ ਜੋ ਕਰਹਿ ਤਿਨ ਮਨ ਤਨ ਸੀਤਲ ਹੋਏ। ਜਿਹੜੇ ਗੁਰਮੁਖ ਆ ਮਲਾਰ ਰਾਗ ਵਿੱਚ ਜਦੋਂ ਬਾਣੀ ਗਾਉਂਦੇ ਆ ਉਹਨਾਂ ਦਾ ਮਨ ਵੀ ਤਨ ਵੀ ਸੀਤਲ ਸ਼ਾਂਤ ਹੋ ਜਾਂਦਾ, ਕਿਉਂਕਿ ਵਰਸ਼ਾ ਵੀ ਹੋਣ ਲੱਗ ਜਾਂਦੀ ਹੈ। ਤੋ ਇੱਕ ਵਾਰੀ ਉਹ ਮੀਂਹ ਨਾ ਪਏ, ਬੜੀ ਔੜ ਲੱਗ ਗਈ ਅਤੇ ਉਦੋਂ ਸਾਧਨ ਵਰਸ਼ਾ 'ਤੇ ਜ਼ਿਆਦਾ ਹੁੰਦੇ ਸੀ। ਅਤੇ ਮਹਾਰਾਜ ਹਰਖਵਾਲ ਵਾਲੇ ਧੰਨ ਧੰਨ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਨੂੰ ਕਹਿਣ ਲੱਗੇ ਮਹਾਰਾਜ ਮੀਂਹ ਨਹੀਂ, ਕਹਿੰਦੇ ਵੀ ਕੀਰਤਨ ਕਰੋ। ਉਹ ਕੀਰਤਨ ਕੀਤਾ, ਵਰਸ਼ਾ ਹੋ ਗਈ। ਸੰਤ ਫੇਰ ਚੱਲ ਜਾਂਦੇ ਸੀ ਧਰਮ ਪ੍ਰਚਾਰ ਵਾਸਤੇ, ਸੰਗਤ ਨਾਲ ਰਾਗੀ ਸਿੰਘ, ਗਿਆਨੀ ਸਿੰਘ ਅਤੇ ਪਾਠੀ ਸਿੰਘ ਵੀ ਵਿਚਰਦੇ ਰਹਿੰਦੇ। ਉਹ ਜ਼ਿਲ੍ਹੇ ਆਏ ਅਤੇ ਉਹ ਨਸਰਾਲੇ ਆਮ ਗੱਡੀ 'ਤੇ ਉਤਰਨਾ ਪੈਂਦਾ ਸੀ। ਉਦੋਂ ਬੱਸਾਂ ਦੇ ਰੂਟ ਬੜੇ ਘੱਟ ਹੁੰਦੇ ਸੀ, ਜ਼ਿਆਦਾ ਰੇਲ ਦਾ। ਉੱਥੇ ਸਾਰੇ ਸੁੱਕਾ। ਜ਼ਿਲ੍ਹੇ ਉਹ ਸਥਾਨ ਦੇ ਨੇੜੇ ਆ ਅਤੇ ਮੀਂਹ ਪੈਣ ਡਿਆ। ਉਹ ਕਹਿੰਦੇ ਵੀ ਕਿਵੇਂ ਬਦਲ ਤਾਂ ਦੀਦੇ ਨਹੀਂ। ਉਹ ਦੇਖਿਆ ਤਾਂ ਉਹ ਢੋਲਕੀਆਂ ਚਿਮਟੇ ਲੈ ਕੇ ਲੱਗੇ ਹੋਏ। ਕਹਿੰਦੇ ਉਹ ਤੁਸੀਂ, ਕਹਿੰਦੇ ਮਹਾਰਾਜ ਤੁਸੀਂ ਨੁਕਤਾ ਦੱਸ ਤਾਂ ਦਿੱਤਾ ਸੀ, ਗੱਜ ਕੇ ਬੋਲੋ ਤੁਹਾਨੂੰ ਚੰਗਾ, ਕਹਿੰਦੇ ਫਾਰਮੂਲਾ ਮਿਲ ਗਿਆ। ਇਸ ਵਾਸਤੇ ਜਿਹੜਾ ਮਲਹਾਰ ਰਾਗ ਆ ਨਾ, ਜੇ ਸਹੀ ਗਾਇਆ ਜਾਏ ਤਾਂ ਵਰਸ਼ਾ ਸ਼ੁਰੂ ਹੋ ਜਾਂਦੀ। ਇਹ ਰਾਗਾਂ ਵਿੱਚ ਦੀਪਕ ਰਾਗ ਆ। ਦੀਵੇ 'ਚ ਬੱਤੀ ਤੇਲ ਘਿਓ ਪਾ ਕੇ ਰੱਖ ਦਿਓ, ਆਪਣੇ ਆਪ ਦੀਵਾ ਜਗ ਪਊਗਾ। ਔਰ ਸ੍ਰੀ ਰਾਗ, ਹਾਂਜੀ, ਤਬ ਤੱਕ ਨਹੀਂ ਰਹਿੰਦੀ। ਆ ਜਿਹੜਾ TV ਦਾ ਰੋਗ, ਜੇ ਸਹੀ ਰਾਗ ਗਾਇਆ ਜਾਏ, ਭੈਰੋਂ ਕੋਲੂ ਚੱਲ ਪੈਂਦੇ। ਮਤਲਬ ਇਹ ਗੱਲਾਂ ਨਹੀਂ, ਪਰ ਜੇ ਹੁਣ ਕਹੀਏ ਹੁੰਦਾ ਨਹੀਂ। ਸ਼ਬਦ ਪੜ੍ਹ ਲੈਣਾ ਵੱਖਰੀ ਗੱਲ ਆ, ਉਸ ਰਾਗ ਵਿੱਚ ਕਰਨਾ ਵੱਖਰੀ ਚੀਜ਼। ਅਲਮਸਤ ਸਾਹਿਬ ਸੀ ਨਾ ਗਿਆਨ ਸਿੰਘ, ਸਿੱਖਾਂ 'ਚ ਬਹੁਤ ਵੱਡੇ ਰਾਗੀ ਹੋਏ। ਇੱਕ ਵਾਰੀ ਉਹਨਾਂ ਨੇ ਸੂਹੀ ਲਲਤ ਗਾਈ। ਐਉਂ ਹੋਇਆ ਜੀ ਵੀ ਜਿਵੇਂ ਗੰਧਰਵ ਆ ਕੇ ਬਹਿ ਜਾਂਦੇ ਆ, ਐਸਾ। ਕਿਉਂਕਿ ਬਹੁਤ ਵਿਦਵਾਨ ਸੀ। ਇੱਕ ਵਾਰੀ ਕਹਿਣ ਲੱਗੇ ਸਿੱਖਾਂ 'ਚ ਕੋਈ ਰਾਗੀ ਐਸਾ ਨਹੀਂ, ਰਾਗ ਮਾਲਾ ਦੀ ਇੱਕ ਪੰਕਤੀ ਜਿੰਨੇ ਰਾਗ ਹੈ ਉਹ ਸਾਰੇ ਵਜਾ ਦੇਵੇ। ਉਹਨਾਂ ਨੇ ਫਿਰ ਇਉਂ ਪੁੱਠੀਆਂ ਉਂਗਲਾਂ ਨਾ ਕੀਤਾ ਜੀ, ਸਿੱਧੀਆਂ ਨਾ ਨਹੀਂ। ਉਹ ਮਰਾਸੀ ਚਰਨ ਨਹੀਂ ਡਿੱਗ ਪਾਇਆ। ਅਤੇ ਸਿੱਖਾਂ 'ਚ ਬੜੇ ਬੜੇ ਵਿਦਵਾਨ ਆਪਣੇ ਸੰਤ ਸਰਵਣ ਸਿੰਘ ਗੰਧਰਵ ਡਮੇਲੀ ਵਾਲੇ, ਪੜ੍ਹ ਪਾਟਣ ਵਾਲੀ ਗੱਲ ਸੀ। 7 ਬੁੱਕਾਂ ਲਿਖੀਆਂ, ਐਸੀਆਂ ਬੰਦਿਸ਼ਾਂ ਬਣਾਈਆਂ, ਕਮਾਲ ਹੀ ਆ। ਆਮ ਬੰਦੇ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਇਹ ਤਾਂ ਜ਼ਿੰਦਗੀ ਲੱਗ ਜਾਂਦੀ ਹੈ। ਨਾਲ ਗੁਰੂ ਮਹਾਰਾਜ ਦੀ ਕਿਰਪਾ ਵੀ ਹੋਵੇ, ਬਖਸ਼ਿਸ਼ ਵੀ ਹੋਵੇ। ਰੂਹਾਨੀਅਤ ਇੱਕ ਵੱਖਰੀ ਚੀਜ਼। ਧੰਨ ਧੰਨ ਬਾਬਾ ਜਵਾਨ ਸਿੰਘ ਜੀ ਮਹਾਰਾਜ, ਬਾਬਾ ਨਾਨਕ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਨਾਨਕ ਸਾਖਿਆਤ ਕੀਤੇ, ਫਿਰੋਜ਼ਪੁਰ ਛਾਉਣੀ, ਅੱਜ ਉੱਥੇ ਸਥਾਨ ਬਣਿਆ। ਉਹ ਬਾਬਾ ਜੀ ਦਿੱਲੀ 'ਚ ਲਗਾਇਆ। ਪਹਿਲਾਂ ਪੁਲਿਸ ਰਹਿ ਮਹਾਰਾਜ ਹਰਖੁਲੰਗਰ ਭਾਈ ਸੀ। ਉੱਥੇ ਜੀ ਅਨਾਊਂਸਮੈਂਟ ਕਰਤੀ ਵੀ ਕੱਲ੍ਹ ਸੰਤ ਜਵਾਨ ਸਿੰਘ ਜੀ ਪੱਕੇ ਰਾਗਾਂ 'ਚ ਕੀਰਤਨ ਕਰ ਗਏ। ਉਹਨੇ ਕਿਹਾ ਕਮਾਲ ਦੀ ਗੱਲ, ਹੁਣ ਸੰਗਤ 'ਚ ਅਨਾਊਂਸਮੈਂਟ ਹੁਣ ਕਿਵੇਂ ਕਰੀਏ। ਉਹ ਜੀ ਇੱਕ ਲੱਤ ਭਾਰ ਖੜ੍ਹੇ ਹੋ ਕੇ ਨਾ ਗੁਰੂ ਗ੍ਰੰਥ ਸਾਹਿਬ ਅਰਦਾਸ ਕਰੀ ਗਿਆ, ਪਾਤਸ਼ਾਹ ਹੁਣ ਸੰਗਤ 'ਚ ਅਰਦਾਸ ਹੋ ਗਈ ਵੀ ਹੁਣ ਤਾਂ ਉਹ ਗੱਲ ਹੈ ਜਦੋਂ ਸੱਤੋ ਬਲਵੰਡੇ ਬਿਡਰ ਗਏ ਸੀ, ਤੁਸੀਂ ਗੁਰਸਿੱਖਾਂ ਦੀ ਕਿਰਪਾ ਕਰਤੀ ਸੀ ਨਾ, ਵੀ ਸਾਜ ਫੜ ਲਓ, ਹੁਣ ਕਿਰਪਾ ਕਰੋ। ਉਹ ਐਸੀ ਕਿਰਪਾ ਹੋਵੇ ਜੀ ਅੰਦਰੋਂ ਹੀ ਸਾਰਾ। ਉਹ ਨਹੀਂ ਫਿਰ ਮਹਾਰਾਜ ਜਿਲੇ ਗਾਇਆ, ਪੰਛੀ ਵੀ ਰਾਹ ਛੱਡ ਕੇ ਬਹਿ ਗਿਆ। ਜਿਲੇ ਕੀਰਤਨ ਕਰਦੇ ਸੀ ਨਾ, ਸੁੰਨ ਸਮਾਧੀਆਂ ਲੱਗ ਜਾਂਦੀਆਂ ਸੀ। ਧੰਨ ਧੰਨ ਬਾਬਾ ਜਵਾਨ ਸਿੰਘ ਜੀ ਮਹਾਰਾਜ, ਔਰ ਏਅਰਪੋਰਟ ਵਿੱਚ ਅੰਮ੍ਰਿਤਸਰ ਉਹਨਾਂ ਦਾ ਸਥਾਨ ਹੈ ਨਾ, ਏਅਰਪੋਰਟ ਦੇ ਵਿੱਚ ਮਹਾਂਪੁਰਖਾਂ ਦਾ ਸ੍ਰੀ ਅੰਮ੍ਰਿਤਸਰ। ਜਿੱਦਣ ਸਗਰਾਂਦ ਹੁੰਦੀ ਹੈ, ਸੰਗਤ ਦਾ ਕੋਈ ਥਾਏ ਨਹੀਂ ਜੀ ਕਿੱਥੋਂ ਆਉਂਦੀ ਹੈ, ਇੰਨੀ ਸ਼ਰਧਾ। ਅਤੇ ਜਿਹੜੇ ਫੌਜੀ ਬੇਸ ਆ, ਉਹ ਫੌਜੀ ਸੇਵਾ ਕਰਦੇ ਉੱਥੇ ਮਹਾਂਪੁਰਖਾਂ ਦੇ ਸਥਾਨ 'ਤੇ, ਇੰਨੀ ਸ਼ਰਧਾ ਭਗਤੀ ਹੈ। ਸੋ ਗੁਰੂ ਦੀ ਜਿਹੜੀ ਬਖਸ਼ਿਸ਼ ਹੈ ਇਹ ਬੜੀ ਅਲੌਕਿਕ ਆ। ਜੇ ਉਹ ਚਾਹੁਣ
ਜੋ ਮਰਜ਼ੀ ਕਰ ਸਕਦੇ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਮਲ੍ਹਾਰ ਰਾਗ ਆ, ਸ਼ਰਧਾ ਨਾਲ ਗਾਇਆ ਜਾ ਮਲ੍ਹਾਰ ਰਾਗ ਖੁਸ਼ੀ ਦਾ, ਕਹਿੰਦੇ ਮਨ ਵੀ ਅਤੇ ਤਨ ਵੀ ਸੀਤਲ ਸ਼ਾਂਤ ਹੋ ਜਾਂਦਾ ਹੈ। ਗੁਰ ਸਬਦੀ ਏਕ ਪਛਾਣਿਆ, ਏਕੋ ਸੱਚਾ ਸੋਏ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਨਾ, ਉਹਨੇ ਇੱਕ ਨਿਰੰਕਾਰ ਨੂੰ ਪਛਾਣ ਲਿਆ ਵੀ ਸਾਰਿਆਂ ਵਿੱਚ ਸੱਚਾ ਪਰਮੇਸ਼ਰ ਇੱਕੋ ਹੀ ਆ। ਇਹ ਨਹੀਂ ਵੀ ਹਿੰਦੂ 'ਚ ਹੋ ਰਿਹਾ, ਮੁਸਲਮਾਨ 'ਚ ਹੋ ਰਿਹਾ, ਈਸਾਈ 'ਚ ਹੋ ਰਿਹਾ, ਜੈਨੀ ਬੋਧੀ 'ਚ ਹੋ ਰਿਹਾ, ਸਿੱਖ ਵਿੱਚ ਕੋਈ ਹੋ ਰਿਹਾ, ਜਾਂ ਹੋਰ ਧਰਮ ਜਾਤਾਂ ਜੋ ਕੁਝ ਵੀ ਹੈ, ਪਸ਼ੂ ਪੰਛੀ ਕੀੜੇ ਮਕੌੜੇ 84 ਲੱਖ ਜੂਨਾਂ, ਸਾਰਿਆਂ ਵਿੱਚ ਇੱਕੋ ਇੱਕ ਪਰਮੇਸ਼ਰ ਦੀ ਜੋਤ ਹੈ, ਜਿਹਨੇ ਇੱਕ ਸੱਚੇ ਸ਼ਬਦ ਦੀ ਕਮਾਈ ਕੀਤੀ। ਸੱਚੇ ਸ਼ਬਦ ਦੀ ਕਮਾਈ ਨਾਲ ਉਹਨੇ ਇੱਕੋ ਇੱਕ ਪਰਮਾਤਮਾ ਨੂੰ ਪਛਾਣ ਲਿਆ। ਜਿਵੇਂ ਹੁਣ ਆਪਾਂ ਕਥਾ ਸੁਣਦੇ ਹਾਂ ਨਾ, ਇਹਦੇ ਨਾਲ ਸਾਨੂੰ ਪਰਮਾਤਮਾ ਬਾਰੇ ਜਾਣਕਾਰੀ ਮਿਲਦੀ ਹੈ। ਉਹ ਸਤ ਸਰੂਪ ਆ, ਉਹ ਚਿੱਤ ਸਰੂਪ ਆ, ਉਹ ਆਨੰਦ ਸਰੂਪ ਆ। ਅਤੇ ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰਾਂਗੇ, ਇਹ ਹਿਰਦੇ ਤੋਂ ਜਿਹੜੇ ਅਵਰਣ ਹੈਗੇ ਆ, ਅਨਮੈ ਕੋਸ਼ ਹੈ, ਮਨੋਮੈ, ਵਿਗਿਆਨਮੈ ਆ, ਆਨੰਦਮੈ ਆ, ਪ੍ਰਾਣਮੈ ਆ, ਸਤੋ ਜੋ ਤੁਮ ਦੀ ਪੜ੍ਹਦੇ ਆ, ਮਾਇਆ ਵੀ ਇਹਦੋਂ ਚੱਕੇ ਜਾਣਗੇ। ਫਿਰ ਤੁਸੀਂ ਪਛਾਣ ਲਓਗੇ ਕਿ ਜੋ ਵਾਕਿਆ ਹੀ ਮਹਾਰਾਜ ਜਿਹੜਾ ਕਹਿ ਰਿਹਾ ਸਭ ਕਟ ਰਾਮ ਬੋਲਿਆ, ਰਾਮਾ ਬੋਲਿਆ, ਰਾਮ ਬਿਨਾਂ ਕੋ ਬੋਲਿਆ ਰੇ, ਵਾਕਿਆ ਉਹੀ। ਇਹ ਨਹੀਂ ਵੀ ਤੁਹਾਡੇ 'ਚ ਹੋ ਰਿਹਾ, ਮੇਰੇ 'ਚ ਹੋ ਰਿਹਾ, ਫਲਾਣੇ ਫਲਾਣੇ 'ਚ ਹੋ ਰਿਹਾ, ਸਾਰਿਆਂ 'ਚ ਇੱਕੋ ਹੀ ਆ। ਇਹ ਹੈ ਆਪੋ ਆਪਣੇ ਕਰਮਾਂ 'ਤੇ। ਕਈਆਂ ਦੇ ਪਾਪ ਕਰਮ ਜ਼ਿਆਦੇ ਆ। ਜਿਵੇਂ ਹੁਣ ਕਈ ਥਾਈਂ ਤਾਂ ਚਸ਼ਮਾ ਪਾਣੀ ਦਾ ਉੱਤੇ ਹੀ ਵਗ ਰਿਹਾ, ਉਵੇਂ ਪਾਣੀ ਪੀ ਲਈਦਾ ਭੁੱਖ ਨਾ। ਕਈ ਥਾਈਂ 5-7 ਫੁੱਟ 'ਤੇ, ਕਈ ਥਾਈਂ ਬੋਰ ਕਰਕੇ ਬਹੁਤ ਡੂੰਘਾ ਜਾਣਾ ਪੈਂਦਾ। ਹੈ ਸਾਰੇ ਹੀ, ਇਹ ਨਹੀਂ ਵੀ ਧਰਤੀ ਦੇ ਪਾਣੀ ਨਾ ਹੋਵੇ। ਇਸੇ ਤਰ੍ਹਾਂ ਕਈਆਂ ਦੀ ਕਮਾਈ ਇੰਨੀ ਹੈ, ਪਿਛਲੀ ਇਸ ਜਨਮ ਦੀ ਇੰਨਾ ਸ਼ੁੱਧ ਆ, ਉਹਨੂੰ ਤਾਂ ਆਤਮਾ ਸਾਖਿਆਤ ਪਰਮਾਤਮਾ। ਕਈਆਂ ਨੂੰ ਥੋੜ੍ਹਾ ਸਾਧਨ ਕਰਨਾ ਪੈਂਦਾ, ਕਈਆਂ ਨੂੰ ਬਹੁਤ ਸਾਧਨ ਕਰਨਾ ਪੈਂਦਾ। ਉਹ ਆਪੋ ਆਪਣੀ ਕਮਾਈ 'ਤੇ। ਜੇ ਕਿ ਉਹਨੂੰ ਛੇਤੀ ਮਿਲ ਗਿਆ, ਮੈਨੂੰ ਨਹੀਂ, ਇਹ ਤਾਂ ਵੀ ਆਪੋ ਆਪਣੇ ਹਿਰਦੇ ਦੀ ਸ਼ੁੱਧੀ 'ਤੇ ਆ। ਜੇ ਕਹੀਏ ਨਹੀਂ ਮਿਲਣਾ, ਇਹ ਵੀ ਗੱਲ ਨਹੀਂ, ਮਿਲਣਾ, ਘਬਰਾਉਣਾ ਨਹੀਂ। ਉਹ ਜਿਵੇਂ ਇੱਕ ਸੰਤ ਸੀ, ਉਹਨੂੰ ਬੜਾ ਭਜਨ ਕੀਤਾ ਕਾਸ਼ੀ 'ਚ। ਅੱਛਾ, ਕਈ ਵਾਰੀ ਬੰਦੇ ਨੂੰ ਜਿਹੜੀ ਚੀਜ਼ ਚਾਹੁੰਦਾ ਨਹੀਂ ਮਿਲਦੀ ਨਾ, ਫਿਰ ਉਹ ਉਦਾਸ ਹੋ ਜਾਂਦਾ। ਫਿਰ ਇਹਨਾਂ ਜੇ ਟੱਕਰਾਂ ਮਾਰੀਆਂ, ਅੰਮ੍ਰਿਤ ਵੀ ਛਕਿਆ, ਬਾਣੀ ਪੜ੍ਹਦੇ, ਨਾਮ ਕੁਝ ਵੀ ਨਹੀਂ ਮਿਲਿਆ, ਛੱਡੋ ਪਰੇ। ਕਈ ਨਾਸਤਕ ਹੋ ਜਾਂਦੇ। ਅਵਸਥਾ ਆਉਂਦੀ ਹੈ ਇਹ। ਉਹਦੇ ਮਨ 'ਚ ਹੋਇਆ ਵੀ ਹੁਣ ਤਾਂ ਹੋਣਾ ਹੀ ਨਹੀਂ, ਪਹਿਲਾਂ ਚਿਰ ਦਾ ਹੋ ਗਿਆ। ਜਾਂ ਬਾਣੀ ਪੜ੍ਹਦੇ ਸਾਡਾ ਰੋਗ ਦੂਰ ਨਹੀਂ ਹੁੰਦਾ, ਲੈ ਜੀ ਹੁਣ ਬਾਣੀ ਹੋਣਾ ਹੀ ਨਹੀਂ, ਉਦਾਸ ਨਹੀਂ ਹੋਣਾ, ਜਾਂ ਲੱਗੇ ਰਹੋ ਲੱਗੇ ਰਹੋ। ਪੀਸ ਪੀ ਚਾਬਿਆ ਸੋਈ ਨਿਵਾਸਾ। ਉਹ ਇੱਕ ਸੰਤ ਮਿਲਿਆ, ਉਹ ਕਹਿੰਦਾ ਕੀ ਗੱਲ? ਕਹਿੰਦਾ ਮਹਾਰਾਜ ਰੱਬ ਤਾਂ ਮਿਲਣਾ ਹੀ ਨਹੀਂ, ਬੜੀਆਂ ਟੱਕਰਾਂ ਮਾਰੀ। ਕਹਿੰਦੇ ਉਦਾਸ ਨਾ ਹੋ, ਤੂੰ ਫਲਾਣੇ ਮਹਾਂਪੁਰਖਾਂ ਕੋ ਜਾ। ਜਿਹੜੇ ਉੱਥੇ ਗਿਆ, ਬੇਨਤੀ ਕੀਤੀ, ਉਹ ਕਹਿੰਦੇ ਤੇਤੋਂ ਪਿਛਲੇ ਜਨਮ 99 ਕਤਲ ਹੋਏ ਸੀ। ਉਹ ਨਾਮ ਜਪ ਕੇ ਸਾਰਿਆਂ ਦਾ ਪਾਪ ਧੋਤਾ ਗਿਆ, ਇੱਕ ਕਤਲ ਰਹਿ ਗਿਆ। ਹੁਣ ਤਾਂ ਤੂੰ ਬਹੁਤ ਨੇੜੇ ਪਹੁੰਚਿਆ ਆ। ਜਿਵੇਂ ਦਰਿਆ ਦੇ ਕੰਢੇ ਨੇੜੇ ਪਹੁੰਚ ਜਾਏ ਨਾ ਬੇੜਾ, ਫਿਰ ਤਾਂ ਛਾਲ ਮਾਰ ਕੇ ਵੀ ਅੱਗੇ ਚਲੇ ਜਾਂਦਾ ਨਾ, ਵੀ ਹੁਣ ਤਾਂ ਨੇੜੇ ਆ ਗਿਆ। ਉਹ ਸਾਡੇ ਸੰਤਾਂ ਨੂੰ ਮਹਾਰਾਜ ਕੋਕਰੀ ਵਾਲੇ ਨੂੰ ਪੜ੍ਹਦੇ ਸੀ, ਹਰੀ ਪ੍ਰਕਾਸ਼ ਨਿਰਾਕਾਰੀ ਦੇ। ਕਹਿੰਦੇ ਸੁਣਾਓ ਮਹਾਰਾਜ, ਬੜੇ ਵਿਦਵਾਨ ਸੀ। ਉਹ ਕਹਿੰਦੇ ਮਹਾਰਾਜ ਬੇੜੀ ਜਿਹੜੀ ਇਹਨੂੰ ਦਰਿਆ 'ਚ ਠਿੱਲ ਦਿੱਤੀ ਹੈ, ਪਰਲਾ ਕਿਨਾਰਾ ਦੀਦਾ ਨਹੀਂ। ਉਹ ਫੇਰ ਮਿਲੇ, ਕਹਿੰਦੇ ਹੁਣ, ਕਹਿੰਦੇ ਅਭੀ ਤੋਂ ਕਿਨਾਰਾ ਨੇੜੇ ਆ ਗਿਆ, ਹੁਣ ਤਾਂ ਛਾਲ ਮਾਰ ਕੇ ਨਿਕਲ ਜਾਏਂਗੇ। ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਅਭੀ ਤੋਂ ਕਿਨਾਰਾ ਬਹੁਤ ਨੇੜੇ ਆ ਗਿਆ, ਹੁਣ ਕਹਿੰਦੇ ਛਾਲ ਮਾਰ ਕੇ ਨਿਕਲ ਜਾ। ਫਿਰ ਹੌਂਸਲਾ ਹੋ ਜਾਂਦਾ। ਉਹ ਜਿਹੜੇ ਮਹਾਂਪੁਰਖਾਂ ਨੇ ਦੱਸਿਆ ਅਤੇ ਹੌਂਸਲਾ ਹੋ ਗਿਆ। ਬਸ ਕੀਤਾ, ਕੁਆੜ ਖੁੱਲ੍ਹ ਗਿਆ, ਕਿਰਪਾ ਹੋ ਗਈ, ਕਿਰਪਾ ਦਾ ਮੀਂਹ ਬਰਸ ਗਿਆ। ਇਸ ਤਰ੍ਹਾਂ ਘਬਰਾਉਣ ਵਾਲੀ ਗੱਲ ਨਹੀਂ, ਲੱਗੇ ਰਹੋ, ਕਰਦੇ ਰਹੋ। ਇਹ ਤਾਂ ਹੈ ਨਹੀਂ ਵੀ ਸਾਲ ਦੀਆਂ ਰੋਟੀਆਂ ਇੱਕੋ ਵਾਰੀ ਖਾ ਲਓਗੇ। ਟਾਈਮ ਆ, ਇੱਕੋ ਵਾਰੀ ਆਕਾਸ਼ ਨੂੰ ਪੌੜੀ ਲਾ ਲਾਂਗੇ, ਨਹੀਂ। ਇੱਕੋ ਵਾਰੀ ਛਾਲ ਮਾਰ ਕੇ ਆਪਾਂ ਮਜਲ ਨਿਬੇੜ ਲਾਂਗੇ। ਸਮਾਂ ਹਰ ਚੀਜ਼ ਮੰਗਦੀ ਹੈ। ਲੱਗੇ ਰਹੋ, ਮਿਹਨਤ ਕਰਦੇ ਰਹੋ, ਫਿਰ ਸਮਾਂ ਆ ਜਾਂਦਾ। ਜਲਦਬਾਜ਼ੀ ਕਾਹਲੀ ਨਹੀਂ। ਅੱਗੇ ਉਹਦੇ ਅਰਦਾਸ ਵੀ ਕਰੋ, ਮਿਹਨਤ ਵੀ ਕਰੋ, ਪ੍ਰਾਰਥਨਾ ਵੀ ਕਰਨੀ, ਪੁਰਸ਼ਾਰਥ ਵੀ ਕਰਨਾ, ਫਿਰ ਮਹਾਰਾਜ ਕਿਰਪਾ ਕਰਦੇ। ਇਸ ਵਰਗੇ ਕਹਿੰਦੇ ਗੁਰ ਸ਼ਬਦੀ ਇੱਕ ਪਛਾਣਿਆ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ, ਸ਼ਬਦ ਤੋਂ ਵਿਚਾਰ ਲੈ ਲਈ, ਸ਼ਬਦ ਦਾ ਦੀਵਾ ਹੱਥ 'ਚ ਲੈ ਕੇ ਤੁਰੇ, ਫਿਰ ਬੰਦਾ ਠੇਡਾ ਨਹੀਂ ਨਾ ਖਾਂਦਾ, ਹਨੇਰੇ 'ਚ ਠੇਡਾ ਨਾ। ਸ਼ਬਦ ਜਿਹੜਾ ਇਹ ਗਿਆਨ ਦਾ ਦੀਵਾ ਹੈ।
ਜਦੋਂ ਸ਼ਬਦ ਦੀ ਟੇਕ ਮੂਹਰੇ ਲਵਾਂਗੇ, ਆ ਕਥਾ ਵਾਰਤਾ ਸੁਣਾਂਗੇ, ਸਾਨੂੰ ਨਾਲ ਨਾਲ ਸਿੱਖਿਆ ਵੀ ਮਿਲਦੀ ਰਹਿੰਦੀ। ਇੱਕੋ ਸੱਚਾ ਸੋਏ। ਫਿਰ ਜਦੋਂ ਦੇਖ ਲਿਆ, ਗਿਆਨ ਵਿਰਾਗ ਦੇ ਨੇਤਰ ਮਿਲ ਗਏ, ਸਾਰਿਆਂ 'ਚ ਸੱਚਾ ਇੱਕੋ ਹੀ ਹੈ, ਉਸ ਤੋਂ ਭਿੰਨ ਕੋਈ ਨਹੀਂ। ਜਿਵੇਂ ਉਹ ਸੰਤਾਂ ਕੋਲ ਕਹਿੰਦੇ ਸਾਨੂੰ ਰੱਬ ਦਿਖਾ ਦਿਓ, ਕਿਰਪਾ ਕਰ ਦਿਓ। ਸੰਤ ਬੈਠੇ ਸੀ, ਉਹ ਇਹਨਾਂ ਨੂੰ ਇੱਕ ਸ਼ਿਕਾਰੀ ਆਇਆ। ਹਰ ਇੱਕ ਦੀ ਭਾਵਨਾ ਆਪਣੀ ਹੁੰਦੀ ਹੈ। ਉਹ ਕਹਿੰਦਾ ਮੇਰੇ ਇੰਨੇ ਕਬੂਤਰ ਜਾਲ 'ਚ ਫਸਦਾ ਅਤੇ ਇੰਨੇ ਸੰਤਾਂ ਨੂੰ ਚੜ੍ਹਾ ਦਿਆਂ। ਉਹ ਮਾਰਾ 20 ਫਸੇ ਦੇ 2 ਉੱਥੇ ਲਿਆ ਕੇ ਰਾਤ 'ਤੇ। ਉਹ ਸੰਤ ਕਹਿੰਦੇ ਲਓ ਬਈ ਇੱਕ ਕਬੂਤਰ ਇਹਨੂੰ ਉੱਥੇ ਮਾਰ ਕੇ ਲਓ ਜਿੱਥੇ ਕੋਈ ਦੇਖਦਾ ਨਾ ਹੋਵੇ। ਇੱਕ ਤਾਂ ਗਿਆ ਵੀ ਸਰਕੜਾ ਜਿਹਾ ਸੀ, ਕੋਈ ਨਹੀਂ ਦੇਖਦਾ, ਧੌਣ ਮਰੋੜੀ 'ਤੇ ਆ ਗਿਆ। ਕਹਿੰਦੇ ਮਾਰਾ ਮੈਂ ਉੱਥੇ ਮਾਰ ਕੇ ਲਾਂ ਜਿੱਥੇ ਦੇਖਦਾ ਨਹੀਂ। ਦੂਆ ਕਹਿੰਦੇ ਆਕਾਸ਼ ਦੇਖਦਾ, ਹਵਾ ਦੇਖਦੀ, ਅੱਗ ਦੇਖਦੀ, ਪਾਣੀ ਦੇਖਦਾ, ਧਰਤੀ ਦੇਖਦੀ, ਆਹ ਜੀਵ ਜੰਤੂ ਦੇਖਦੇ, ਮੈਂ ਇਹਨੂੰ ਦੇਖਦਾ, ਮੈਨੂੰ ਦੇਖਦਾ, ਇਹਦੇ 'ਚ ਰੱਬ ਦੇਖਦਾ, ਮੇਰੇ 'ਚ ਦੇਖਦਾ। ਉਹ ਆ ਗਿਆ, ਕਹਿੰਦੇ ਤੂੰ ਮਾਰਿਆ ਨਹੀਂ? ਕਹਿੰਦੇ ਮਾਰਾ ਮੈਨੂੰ ਕੋਈ ਜਗ੍ਹਾ ਹੀ ਨਹੀਂ ਮਿਲੀ ਜਿੱਥੇ ਰੱਬ ਹੈ ਨਹੀਂ। ਕਹਿੰਦੇ ਬਸ ਇਹੀ ਰੱਬ ਦਾ ਪਾਉਣਾ, ਗੱਜ ਕੇ ਬੋਲੋ। ਅਤੇ ਆਮ ਬੰਦੇ ਦੀ ਤਾਂ ਇਹ ਹਾਲਤ। ਅਤੇ ਜਿਹਨੂੰ ਫਿਰ ਇੱਕੋ ਸੱਚਾ ਨਜ਼ਰ ਆਉਣ ਲੱਗ ਪੈਂਦਾ, ਉਹ ਤਾਂ ਘਨੱਈਏ ਵਾਂਗੂ ਫਿਰ ਅਵਸਥਾ ਬਣ ਜਾਂਦੀ। ਇੱਕੋ ਸੱਚਾ ਸੋਏ। ਸਾਰਿਆਂ 'ਚ ਇੱਕੋ ਸੱਚੇ ਨੂੰ ਦੇਖਦੇ ਹਨ। ਮਨ ਤਨ ਸੱਚਾ ਸੱਚ ਮਨ, ਸੱਚੇ ਸੱਚੀ ਸੋਏ। ਉਹਨਾਂ ਦਾ ਮਨ ਵੀ ਅਤੇ ਤਨ ਵੀ ਸੱਚਾ। ਸੱਚੇ ਦੀ ਸੇਵਾ 'ਚ ਜੁੜ ਗਿਆ ਨਾ ਤਨ। ਤਨ ਦੀ ਪਾਪਾਂ ਦੀ ਮੈਲ ਲੈ ਗਈ। ਜਦੋਂ ਬਾਣੀ ਪੜ੍ਹਦੇ ਰਹੇ, ਨਾਮ ਜਪਦੇ ਰਹੇ, ਉਹ ਮਨ ਦੇ ਵੀ ਗੰਦੇ ਫੁਰਨੇ ਮਿਟ ਗਏ, ਮਨ ਵੀ ਸੱਚਾ ਹੋ ਗਿਆ। ਔਰ ਸੱਚ ਮਨ ਸੱਚੇ ਦੇ ਹੁਕਮ ਨੂੰ ਮੰਨਦੇ ਆ। ਸੱਚੇ ਸੱਚੀ ਸੋਏ। ਸੱਚੇ ਨਾਲ ਜੁੜਨ ਕਰਕੇ ਉਹਨਾਂ ਦੀ ਸੋਏ ਜਿਹੜੀ ਸੋਭਾ ਉਹ ਵੀ ਸੱਚੀ ਹੋ ਜਾਂਦੀ ਹੈ, ਪਖੰਡ ਵਾਲੀ ਨਹੀਂ ਰਹਿੰਦੀ। ਆ ਜਿਹੜੀ ਮਾਇਆ ਦੀ ਸੋਭਾ ਨਾ, 4 ਦਿਹਾੜੇ ਜਾਂਦੇ ਵਿਲਮ ਨਾ ਹੋਏ। ਆ ਕਈਆਂ ਦੀ ਬੜੀ ਵਡਿਆਈ ਹੁੰਦੀ, ਦੁਨੀਆ ਵੀ ਮਗਰ ਬਹੁਤ ਲੱਗ ਜਾਂਦੀ। ਉਹ ਸਾਨੂੰ ਇੱਕ ਵੀ ਕਹਿੰਦੇ ਫਲਾਣੇ ਦੀ ਜੀ ਬੜੀ ਵਡਿਆਈ, ਬੜਾ ਜੀ। ਮੈਂ ਕਿਹਾ 4 ਕੁ ਦਿਨ ਹੀ ਆ। ਜਿਵੇਂ ਖੋਰੀ ਦੀ ਅੱਗ ਨਾ ਇੱਕਦਮ ਭਬੂਕਾ ਹੁੰਦੀ ਹੈ ਅਤੇ ਮੁੜ ਕੇ ਭਾਂਡੇ ਮਾਂਜਣ ਨੂੰ ਸੁਆਹ ਵੀ ਨਹੀਂ ਲਾਈਦੀ ਹੁੰਦੀ। ਇਹੋ ਜਿਹੀ ਜਿਹੜੀ ਸੋਭਾ ਹੁੰਦੀ ਨਾ, ਇਹ ਬਨੋਟੀ ਹੀ ਬਣਾਈਓ, ਇਹ 4 ਕੁ ਦਿਨ ਦੀ ਹੁੰਦੀ ਆ ਡਰਾਮੇਬਾਜ਼ੀ। ਪਰ ਜਿਹੜੀ ਕਮਾਈ ਕਰਕੇ ਗੁਰੂ ਦੀ ਬਖਸ਼ਿਸ਼ ਨਾਲ ਮਿਲਦੀ ਹੈ ਨਾ, ਉਹ ਤਾਂ ਫਿਰ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ। ਤਿੰਨ ਕੀ ਸੋਭਾ ਸਭ ਨਹੀਂ ਥਾਂ, ਜਿਨ ਪ੍ਰਭ ਕੇ ਚਰਨ ਪਰਾਤੇ। ਜਿਹੜੇ ਪ੍ਰਭੂ ਦੇ ਚਰਨੀ ਪ੍ਰੈਣ ਹੋਏ, ਉਹਨਾਂ ਦੀ ਸੋਭਾ ਤਾਂ ਹਰ ਜਗ੍ਹਾ, ਹਰ ਜਗ੍ਹਾ ਉਹਨਾਂ ਦੀ ਮਹਿਮਾ ਹੁੰਦੀ, ਕਿ ਉਹ ਸੱਚੀ ਸੋਭਾ ਆ। ਸੱਚੇ ਨਾਲ ਜੁੜ ਗਏ, ਉਹਨਾਂ ਦੀ ਸੱਚੀ ਸੋਭਾ ਹੁੰਦੀ ਹੈ। ਅੰਦਰ ਸੱਚੀ ਭਗਤ ਹੈ, ਸਹਿਜੇ ਹੀ ਪਦ ਹੋਏ। ਕਿਉਂਕਿ ਉਹਨਾਂ ਦੇ ਅੰਦਰ ਸੱਚੀ ਭਗਤੀ ਆ, ਦਿਖਾਵੇ ਦੀ ਨਹੀਂ। ਜਿਹੜਾ ਦਿਖਾਵਾ ਹੁੰਦਾ ਨਾ, ਮਲੰਮਾ, ਉਹ ਥੋੜ੍ਹੇ ਦਿਨ ਰਹਿੰਦਾ। ਹੁਣ ਸੋਨੇ 'ਤੇ ਮਲੰਮਾ ਚੜ੍ਹਦਾ ਨਹੀਂ, ਦੂਜੀਆਂ ਧਾਤਾਂ 'ਤੇ ਚੜ੍ਹ ਜਾਂਦਾ। ਅਤੇ ਇਸ ਵਾਸਤੇ ਉਹ ਜਿਹੜੇ ਗੁਰੂ ਪਿਆਰੇ ਹੈ, ਅੰਦਰ ਸੱਚੀ ਭਗਤ ਹੈ, ਸਹਿਜੇ ਹੀ ਪਤ ਹੋਏ। ਉਹਨਾਂ ਦੇ ਅੰਦਰ ਸੱਚੀ ਭਗਤੀ ਹੈ, ਸਹਿਜੇ ਸੁਤੇ ਸਿੱਧ ਹੀ ਉਹਨਾਂ ਨੂੰ ਪਤ ਇੱਜ਼ਤ ਜਿਹੜੀ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਨੂੰ ਇੱਜ਼ਤ ਬਣਾਉਣ ਵਾਸਤੇ ਬਨੌਟਾਂ ਨਹੀਂ ਬਣਾਉਣੀਆਂ ਪੈਂਦੀਆਂ, ਡਰਾਮੇਬਾਜ਼ੀ ਨਹੀਂ ਕਰਦੇ। ਇਹ ਨਹੀਂ ਵੀ ਦੁਆਲੇ ਏਜੰਟਾਂ ਦਾ ਜਾਲ ਪਾ ਲਿਆ, ਉਹ ਫਿਰ ਫੋਕੀਆਂ। ਹੁਣ ਜਿਵੇਂ 22 ਮੰਜੀਆਂ ਬੈਠੀਆਂ ਨਾ ਬਾਬੇ ਬਕਾਲੇ, ਥੋੜ੍ਹਿਆਂ ਆਪਾਂ ਓਪਨ ਬਣਾਇਆ ਸੀ ਠਾਠਾ ਬਾਗਾ। ਅਤੇ ਜਿਹੜੇ ਮੱਖਣ ਸ਼ਾਹ ਦਾ ਡੁੱਬਦਾ ਜਹਾਜ਼ ਬੇੜਾ ਬੰਨੇ ਲੱਗਿਆ, ਉਹ ਆਇਆ, ਜਿਹੜੇ ਪਰਖ ਹੋਈ ਅਤੇ ਸੱਚੀ ਸੋਭੇ ਵਾਲਾ ਫਿਰ ਕੌਣ? ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋ ਗਏ। ਗੱਜ ਕੇ ਬੋਲੋ। ਸੱਚੀ ਸੋਭਾ ਨਾ, ਬਾਕੀ ਦਿਖਾਵਾ ਸੀ, ਮਲੰਮਾ ਸੀ, ਬਹੁਤ ਡਰਾਮੇਬਾਜ਼ੀ ਰਚੀ ਹੋਈ ਸੀ, ਬੜੀਆਂ ਚਾਨਣੀਆਂ, ਗੱਦੇ ਬੜੇ ਲਾਏ ਹੋਏ, ਹਾਂਜੀ, ਮੋਹਰੇ ਚੋਬਦਾਰ ਚਾਂਦੀ ਦੇ ਸੋਨੇ ਦੇ ਫੜਾ ਖੜੇ ਕੀਤੇ ਹੋਏ। ਇੱਧਰ ਸੱਚੇ ਗੁਰੂ, ਇੱਧਰ ਆਓ, ਇੱਧਰ ਆਓ। ਅੱਜ ਵੀ ਬਹੁਤ ਉਹ ਸਾਡੇ ਸੰਤ ਸੀ। ਅਤੇ ਸ਼੍ਰੀਮਾਨ ਆਪਣੇ ਸੰਤ ਗਿਆਨੀ ਗੁਰਚਰਨ ਸਿੰਘ ਮਹਾਰਾਜ ਕੋਕਰੀ ਵਾਲਿਆਂ ਨੇ ਪੜ੍ਹੇ ਸੀ, ਬਾਬਾ ਅਮੀਰ ਸਿੰਘ ਜੀ ਮਹਾਰਾਜ ਜੀ ਤੋਂ ਅੰਮ੍ਰਿਤਸਰ ਸਾਹਿਬ, ਜਿਨ੍ਹਾਂ ਨੇ 60 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਪੜ੍ਹਾਈਆਂ ਜ਼ਿੰਦਗੀ 'ਚ। 60 ਦੇਖ ਲਓ, ਰਿਕਾਰਡ ਆ। ਬ੍ਰਹਮ ਗਿਆਨੀ ਉਹ ਉੱਥੇ ਨਰਕਧਾਰੀ ਆ, ਲੁਧਿਆਣੇ ਆਇਆ। ਉੱਥੇ ਬੜਾ ਜੀ ਉਹਨੇ ਠਾਠਾ ਬਾਗ ਬਣਾਇਆ, ਬੜੇ ਚਾਂਦਨੀਆਂ, ਚੁਣੋਏ, ਜਲ ਜਲਾਓ, ਲਾਈਟਾਂ, ਸਾਊਂਡ ਸਿਸਟਮ ਐਸਾ, ਦੇਖ ਕੇ ਅੱਖਾਂ 'ਚ ਅੰਧੇ ਆ ਜਾਣ। ਉਹ ਭਗਵੇਂ ਬਸਤਰ ਸੀ, ਉਹ ਨਹੀਂ ਕਿਹਾ ਵੀ ਸੰਤ ਆ। ਉਹ ਲੈ ਗਿਆ, ਜਿੱਥੇ ਉਹ ਗੱਦਾ ਲਾ ਕੇ
ਤਕੀਏ ਲਾ ਕੇ ਬੈਠਾ ਸੀ, ਬਹੁਤ ਠਾਠਾ ਬਾਗਾ ਪੂਰਾ, ਅਤੇ ਆਪਣਾ ਕੱਪੜੇ ਵੀ ਐਨ ਤੇਲੇ ਨਾਲ ਕੱਢਿਓ, ਮਾਲਾ ਮੂਲਾ ਬਹੁਤ ਪਾਈਆਂ ਹੋਈਆਂ, ਅਤੇ ਗੁੱਟਾਂ 'ਤੇ ਵੀ ਆ ਸਭ ਛਾਪਾਂ ਛੁਪਾਂ ਉਂਗਲੀਆਂ ਦੇ ਵਿੱਚ, ਕੜੇ ਕੁੜੇ, ਬਹੁਤ ਡਰਾਮੇਬਾਜ਼ੀ। ਉਹ ਸੰਤਾਂ ਨੂੰ ਵੀ ਕੋਲ ਬਾਲ ਲਿਆ। ਉੱਤੇ ਜੀ ਲਾਈਟ ਐਂ ਪਵੇ ਫਹਾਰ ਚਿਹਰੇ 'ਤੇ, ਦੇਖੋ ਤਨ ਨਿਰੰਕਾਰ, ਕੈਸੀ ਲਾਈਟ, ਝਲਮਲ ਝਲਮ ਹੋ ਰਹੀ ਹੈ ਕਿ ਨਹੀਂ ਸੱਚੇ ਗੁਰੂ। ਉਹ ਹੁਣ ਪੰਜਾਬੀ ਦੇ ਕਹਿੰਦੇ ਹੱਥ ਨਹੀਂ ਰਹਿੰਦੇ। ਉਹ ਸੰਤ ਬਾਬਾ ਗੁਰਚਰਨ ਸਿੰਘ ਬੈਠੇ ਸੀ, ਉਹ ਵਿਦਵਾਨ ਬੜੇ ਸੀ, ਉਹ ਕਿਤੇ ਹੱਥ ਇਉਂ ਚਲਾ ਗਿਆ, ਜਿੱਥੇ ਉਹਦਾ ਗੱਦਾ ਸੀ ਉਹਦੇ ਥੱਲੇ ਸਵਿੱਚ ਸੀ, ਉਹ ਸਵਿੱਚ ਨੱਪਿਆ ਗਿਆ, ਔਫ ਹੋ ਗਿਆ, ਉਹ ਲਾਈਟ ਬੁਝ ਗਈ। ਉਹਨੇ ਕਹਿੰਦਾ ਆਹ ਡਰਾਮੇਬਾਜ਼ੀ ਬਣਾਈ ਹੋਈ ਆ। ਇਸ ਤਰ੍ਹਾਂ ਦੁਨੀਆ ਬਹੁਤ ਠਾਠੇ ਬਾਗੇ ਬਣਾਉਂਦੀ, ਪਰ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਨੂੰ ਇਹੋ ਜਿਹੇ ਅਡੰਬਰ ਕਰਨ ਦੀ ਲੋੜ ਨਹੀਂ। ਉਹ ਤਾਂ ਸਾਧ ਸੰਗਤ ਜਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਭਾਵੇਂ ਬਾਹਰ ਪਾਟੇ ਪੁਰਾਣੇ ਲੀੜੇ ਆ, ਉਹ ਤਾਂ ਆਨੰਦ ਵਿੱਚ। ਅਤੇ ਮਹਾਰਾਜ ਹਰਖੁਲ ਕੇ ਇਸ ਤਰ੍ਹਾਂ ਮਸਤਾਨੇ ਬੜੇ ਹੁੰਦੇ ਸੀ। ਅਤੇ ਹਰਖੁਲ ਪਿੰਡ ਦੇ ਲੰਬੜ ਦਾ ਰਾਜਾ ਸੀ, ਕਹਿੰਦੇ ਮਹਾਰਾਜ ਕੋ ਪੜ੍ਹੇ ਲਿਖ ਰੱਖਿਆ ਕਰੋ, ਸੰਗਤ ਆਉਂਦੀ ਹੈ ਵੀ ਇਸ ਤਰ੍ਹਾਂ। ਉਹ ਕਹਿੰਦੇ ਮੇਰੇ ਦਿਲ 'ਤੇ ਬਹਿ ਕੇ ਦੇਖ ਕੌਣ ਆ, ਗੱਜ ਕੇ ਬੋਲੋ ਤੈਨੂੰ ਦੀਦੇ ਨਾ। ਇਹ ਤਾਂ ਰੱਬ ਦੇ ਪਿਆਰੇ ਆ, ਧੁਰੋਂ ਬਖਸ਼ੇ ਹੋਏ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਉਹਨਾਂ ਦੀ ਜਿਹੜੀ ਪਤ ਇੱਜ਼ਤ ਆ ਉਹ ਸਹਿਜੇ ਸੁਤੇ ਸਿੱਧ ਗਿਆਨ ਬਰਾਗ ਦੁਆਰਾ ਬਣੀ ਹੁੰਦੀ ਹੈ। ਕਲ ਯੁਗ ਮੈਂ ਘੋਰ ਅੰਧਾਰ ਹੈ, ਮਨ ਮੁਖ ਰਾਹੋ ਨ ਕੋਏ। ਕਲ ਜੋ ਘੋਰ ਮੈਨੇ ਬੜਾ ਗਾੜਾ ਹਨੇਰਾ, ਜਿਵੇਂ ਗਾੜਾ ਹਨੇਰਾ ਹੋਵੇ ਨਾ, ਰਾਹ ਨਹੀਂ ਨਾ ਮਿਲਦਾ, ਬੰਦਾ ਠੇਡੇ ਟੱਕਰਾਂ ਖਾਂਦਾ ਫਿਰਦਾ। ਕਲ ਯੁਗ ਦੇ ਵਿੱਚ ਇਸ ਤਰ੍ਹਾਂ ਹੀ ਆ ਗਿਆਨਤਾ। ਹੁਣ ਦੇਖੋ ਬਿਜਲੀ ਨਾਲ ਲਾਈਟਾਂ ਝਿਲਮਿਲ ਚੱਲ ਚਾਰ ਫੇਰੇ ਆ, ਪਰ ਜਿਹੜਾ ਹਿਰਦੇ 'ਚ ਅਗਿਆਨ ਦਾ ਹਨੇਰਾ ਉਹ ਦੇਖ ਲਓ ਉਵੇਂ ਛਾਇਆ ਹੋਇਆ। ਉਹ ਬਿਜਲੀ ਨਹੀਂ ਦੂਰ ਕਰਦੀ। ਬਾਹਰ ਤਾਂ ਲਾਈਟ ਹੋ ਗਈ, ਕਹਿੰਦੇ ਨਿਊ ਲਾਈਟ ਦਾ ਯੁੱਗ ਆ, ਅਤੇ ਅੰਦਰ ਹਨੇਰਾ ਇੰਨਾ ਦੇਖ ਲਓ ਕਿ ਗੱਲਾਂ ਫੋਨਾਂ 'ਤੇ ਨੇੜੇ ਹੋ ਗਈਆਂ, ਜਹਾਜ਼ਾਂ ਨਾਲ ਸਫ਼ਰ ਨੇੜੇ ਹੋ ਗਿਆ, ਪਰ ਬੰਦਾ ਬੰਦੇ ਤੋਂ ਦੂਰ ਹੋਇਆ। ਇਸਤਰੀ ਪੁਰਸ਼ ਇਕੱਠੇ ਰਹਿੰਦੇ, ਮਨ ਦੂਰ ਆ। ਬੱਚੇ ਮਾਂ ਪਿਓ ਨਾਲ ਰਹਿੰਦੇ, ਉਹਨਾਂ ਦੇ ਮਨ ਦੂਰ ਆ। ਮਿੱਤਰ ਇਕੱਠੇ ਬਹਿੰਦੇ, ਮਨ ਦੂਰ ਆ। ਰਾਜਾ ਪ੍ਰਜਾ ਲੈ ਲਓ, ਘਰ ਘਰ ਹਾਲਾਤ ਕਿਸ ਤਰ੍ਹਾਂ ਦੇ। ਕੋਈ ਬਿਰਲਾ ਆ ਜਿੱਥੇ ਨੇੜਤਾ, ਜਿੱਥੇ ਕੋਈ ਗੁਰੂ ਦੀ ਕਿਰਪਾ। ਸੰਸਥਾਵਾਂ 'ਚ ਚਲੇ ਜਾਓ, ਕਿਸੇ ਪਾਸੇ ਚਲੇ ਜਾਓ, ਕਲਯੁਗ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਬਣਿਆ ਹੋਇਆ। ਚਾਰ ਫੇਰੇ ਫਿਰ ਬੰਦੇ ਨੇ ਬੰਦੇ ਨੂੰ ਜੀਵਨ ਦੇਣ ਵਾਸਤੇ ਤਾਂ ਘੱਟ ਚੀਜ਼ਾਂ ਬਣਾਈਆਂ, ਮਾਰਨ ਵਾਸਤੇ ਐਸੀ ਐਟਮੀ ਸ਼ਕਤੀ ਹੈ। ਰੱਬ ਕਿਰਪਾ ਹੀ ਰੱਖੇ, ਜੇ ਚੱਲ ਜਾਏ ਇਹ ਧਰਤੀ ਜਵਾਲਾਮੁਖੀ ਬਣ ਜਾਊਗੀ। ਕਿੰਨਾ ਚਿਰ ਘਾਹ ਦੀ ਤਿੜ ਵੀ ਪੈਦਾ ਨਹੀਂ ਹੋਊਗੀ। ਐਸੀਆਂ ਚੀਜ਼ਾਂ ਬਣਾ ਕੇ ਬੈਠੇ ਆ ਬੰਦੇ ਨੂੰ ਮਾਰਨ ਵਾਸਤੇ। ਸਾਇੰਸ ਨੇ ਜੀਵਨ ਵਾਸਤੇ ਵੀ ਬਹੁਤ ਕੁਝ ਬਣਾਇਆ ਸੁੱਖ ਦਾ, ਪਰ ਐਟਮੀ ਸ਼ਕਤੀਆਂ ਐਸੀਆਂ ਵੀ ਹੈ ਜਿਹੜਾ ਕਿ ਤਬਾਹੀ ਦਾ ਕਾਰਨ ਵੀ ਹੈ। ਤਰਾਹ ਕਰਦੇ ਬੜੇ ਦੇਸ਼ ਜਿਹੜੇ ਵੀ ਕਿਤੇ ਚੱਲ ਨਾ ਜਾਣ, ਬਣਾਈ ਵੀ ਬੈਠੇ ਆ ਅਤੇ ਡਰ ਵੀ ਰਹੇ ਆ ਫਿਰ ਚੱਲ ਗਿਆ ਇਹ ਸਾਰੀ ਧਰਤੀ ਜਵਾਲਾਮੁਖੀ ਬਣ ਜਾਊਗੀ। ਸੋ ਇਸ ਵਾਸਤੇ ਪਰ ਇਹ ਕਹਿੰਦੇ ਕਲਯੁੱਗ ਦੇ ਵਿੱਚ ਐਸਾ ਘੋਰ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ। ਜੇ ਤਾਂ ਕੋਈ ਗੁਰਮੁਖ ਬਣ ਜਾਏ ਤਾਂ ਗੁਰੂ ਬਾਂਹ ਫੜਦਾ, ਨਹੀਂ ਤਾਂ ਪਾਤਸ਼ਾਹ ਕਹਿੰਦੇ ਮਨਮੁਖ ਰਾਹੋ ਨਾ ਕੋਈ। ਮਨਮੁਖਾਂ ਨੂੰ ਕੋਈ ਰਾਹ ਨਹੀਂ ਵੀ ਹੁਣ ਨਿਕਲਣਾ ਕਿੱਧਰ ਨੂੰ, ਪੁੱਠੇ ਕੰਮ ਤਾਂ ਕਰੀ ਜਾਂਦੇ ਆ। ਇਹ ਨਹੀਂ ਸੋਚਦੇ ਵੀ ਜਿਹੜੇ ਫਸ ਗਏ ਫੇਰ ਕਿਹਨੂੰ ਨਿਕਲਣਾ। ਉਦੋਂ ਤਾਂ ਕਰੀ ਜਾਂਦੇ ਪੁੱਠੇ, ਕੌਣ ਪੁੱਛਦਾ ਆ ਜਗ ਮਿੱਠਾ ਅਗਲਾ ਕਿਨ ਡਿੱਠਾ। 4 ਦਿਨ ਦੀ ਚਾਂਦਨੀ ਫੇਰ ਅੰਧੇਰੀ ਰਾਤ, ਅਤੇ ਜਿਹੜੇ ਫਸ ਜਾਂਦਾ ਫੇਰ ਨਿਕਲਣ ਨੂੰ ਰਾਹ ਨਹੀਂ ਮਿਲਦਾ, ਇਹਦਾ ਘੇਰਾ ਪੈ ਜਾਂਦਾ ਨਾ। ਇਸ ਵਾਸਤੇ ਕਹਿੰਦਾ ਜਿਹੜਾ ਮਨਮੁਖ ਹੈ ਜੀ ਬੁਰਾਈ ਤੇ ਕਰਦਾ ਬੜੀ ਖੁਸ਼ੀ ਨਾਲ, ਅਤੇ ਜਦੋਂ ਕਿਤੇ ਫਿਰ ਫਸ ਜਾਂਦਾ ਫਿਰ ਨਿਕਲਣ ਵਾਸਤੇ ਉਹਨਾਂ ਨੂੰ ਕਿਸੇ ਪਾਸੇ ਰਸਤਾ ਨਹੀਂ ਮਿਲਦਾ, ਢੋਈ ਨਹੀਂ ਮਿਲਦੀ ਹੈ। ਸੇਵਟ ਭਾਗੀ ਨਾਨਕ ਜਨ ਗੁਰਮੁਖ ਪ੍ਰਗਟ ਹੋਏ। ਹੁਣ ਦੇਖੋ 52 ਰਾਜੇ ਫਸੇ ਹੋਏ ਸੀ, ਕੋਈ ਰਾਹ ਸੀਗਾ ਨਿਕਲਦਾ? ਕੋਈ ਤਾਂ ਗਏ ਨਹੀਂ ਹੋਣੇ ਗਵਾਲੀਅਰ। ਹੁਣ ਤਾਂ ਬਹੁਤ ਹੋ ਗਿਆ, ਪਹਿਲਾਂ ਅਸੀਂ ਗਏ ਬਹੁਤ ਸਾਲ, ਹੁਣ ਤਾਂ ਗੁਰਦੁਆਰਾ ਸਾਹਿਬ ਬਣ ਗਿਆ, ਉਦੋਂ ਨਹੀਂ ਸੀ ਹੁੰਦਾ। ਉਹ ਕੋਠੀਆਂ ਦੇਖੀਆਂ, ਬਿਲਕੁਲ ਹਨੇਰਾ ਘੁੱਪ, ਪਤਾ ਹੀ ਨਹੀਂ। ਅਤੇ ਉੱਤੇ ਕੁੰਡੇ ਸੀ, ਥੰਮਲੇ ਬਣੇ ਹੋਏ ਸੀ 52। ਉਹ ਕੁੰਡਿਆਂ ਨਾਲ ਬਾਹਾਂ ਬੰਨ੍ਹ ਕੇ ਉੱਤੇ ਰੱਖਣੀਆਂ, ਥੱਲੇ ਬੇੜੀਆਂ ਪਈਆਂ।
ਤੇ ਹੁਣ ਦੇਖ ਲਓ ਐਂ ਹੀ ਧੌਣ ਰਹਿਣੇ ਆ। ਤੇ ਇੱਕ ਤੌਕ ਪਾਇਆ ਹੁੰਦਾ, ਸਰੀਆ ਹੁੰਦਾ, ਬੇੜੀਆਂ ਨੂੰ ਪਾ ਕੇ ਤੇ ਗਲ 'ਚ ਪਾਇਆ ਹੁੰਦਾ, ਬੰਦਾ ਬਹਿ ਵੀ ਨਹੀਂ ਸਕਦਾ ਖੜਾ। ਅੱਧਾ ਆਟਾ ਛੋਲਿਆਂ ਦਾ, ਅੱਧਾ ਲੂਣ ਰਲਾ ਕੇ ਦੇਣਾ, ਇੱਕ ਪਿਆਲਾ ਪਾਣੀ ਦਾ। ਦੇਖ ਲਓ ਅੰਦਰਾਂ ਕਿਵੇਂ ਬਾੜ ਪੈਂਦੀ ਹੈ। ਰੱਬ ਨਾ ਕਰੇ ਗੁਲਾਮੀ ਕਿਹੋ ਜਿਹੀ ਹੈ, ਬਸ ਨਾ ਪਾਵੇ ਕਿਸੇ ਨੂੰ। ਹੁਣ 52 ਰਾਜੇ ਉਹ ਮਹਾਰਾਜ ਤਾਂ ਬਹਾਨਾ ਬਣਾਇਆ, ਛੇਵਾਂ ਪਾਤਸ਼ਾਹ ਨੇ ਉਹਨਾਂ ਦੀ ਅਰਦਾਸਾਂ ਕਰਦੇ ਹੋਣੇ ਵਿਚਾਰੇ, ਅਤੇ ਮਹਾਰਾਜ ਜਾਣਨਾ ਲੰਗਰ ਪਾਣੀ ਵੀ ਸੁੱਖ ਸਾਧਨ। ਅਤੇ ਜਿਹੜੇ ਫਿਰ ਮਹਾਰਾਜ ਨੂੰ ਜਾਓ ਹੁਕਮ ਚਾੜਿਆ ਜਹਾਂਗੀਰ ਨੂੰ, ਮਹਾਰਾਜ ਕਹਿੰਦੇ ਹੁਣ ਨਹੀਂ ਜਾਂਦੇ, ਹੁਣ ਤਾਂ 60 ਸਦੀ ਕੱਟ ਕੇ ਜਾਵਾਂਗੇ ਸਾਰਿਆਂ ਦੀ। ਚੰਦੂ 'ਤੇ ਆਊਗੀ, ਬਾਕੀਆਂ ਦੀ ਕੱਟੀ ਜਾਊਗੀ, ਜਾਂ ਤੇਰੇ 'ਤੇ ਆਊਗੀ। ਫਿਰ ਉਹਨੇ ਕਿਹਾ ਵੀ ਇਹ 52 ਕੱਢਤੇ, ਇਹ ਤਾਂ ਖੜੱਪੇ ਸਭ ਪਟਾਰੀ ਪਾਏ, ਮੁੜ ਕੇ ਕਾਬੂ ਕਿੱਥੇ ਹੋਣੇ ਆ? ਇਹ ਤਾਂ ਆਪਣੀ ਫੁੱਟ ਨਾਲ ਇਕੱਲੇ ਇਕੱਲੇ ਕਾਬੂ ਆ ਗਏ ਭਈ ਤੁਹਾਡੇ ਚੋਲੇ ਦੀਆਂ ਕਲੀਆਂ। ਅਤੇ ਮਹਾਰਾਜ ਜਾਣੀ ਜਾਣ 52 ਕਲੀਆਂ ਵਾਲਾ ਉਹ ਕਢਾਣੀ ਪਿੰਡ ਆ ਪੈਲ ਦੇ ਨੇੜੇ ਲੁਧਿਆਣੇ, ਉਹ ਚੋਲਾ ਉੱਥੇ ਸੁਭਾਏਮਾਨ। ਮਹਾਰਾਜ ਦੀ ਨਿਤਨੇਮ ਦੇ ਪੋਥੀ ਸਾਹਿਬ, ਚਰਨਾਂ ਦਾ ਜੋੜਾ, ਮੰਜੇ ਦਾ ਬਾਣ ਆ, ਨਿੰਮ ਦੀ ਦਾਤਣ ਕਰਕੇ ਲਾਈ ਹੈ, ਉਹ ਪੱਤੇ ਮਿੱਠੇ ਆ, ਕੌੜੇ ਨਹੀਂ। ਮਹਾਰਾਜ ਦੇ ਕਲਾ ਪ੍ਰਤੱਖ ਛੇਵੇਂ ਪਾਤਸ਼ਾਹ। ਉਹ ਸਾਧ ਸੰਗਤ ਜੀ ਉਹਨਾਂ ਨੂੰ ਦੇ ਲਓ ਰੋਣ ਮਾਰਾ ਪਏ, ਹੁਣ ਕਹਿੰਦੇ ਤੁਹਾਨੂੰ ਕੱਢਣਾ, ਤੁਸੀਂ ਤਾਂ ਚੱਲੇ ਆ। ਰੋਜ਼ ਕਥਾ ਕਿ ਮਹਾਰਾਜ ਕਹਿੰਦੇ ਘਬਰਾਓ ਨਾ, ਹੁਣ ਤਾਂ ਲੈ ਕੇ ਜਾਵਾਂਗੇ। ਫਿਰ ਬੰਦ ਖਲਾਸੀ ਭਾਣੇ ਹੋਏ ਬੰਦੀ ਛੋੜ ਕਹਾਇਆ। ਇਸ ਵਾਸਤੇ ਕਹਿੰਦੇ ਆ ਅਤੇ ਮਨਮੁਖੋਂ ਨਿਕਲਣ ਦਾ ਰਾਹ ਨਹੀਂ। ਅਤੇ ਜੇ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਦੀ ਸੰਗਤ 'ਚ ਆ ਜਾਣ, ਗੁਰੂ ਦੇ ਬਚਨ ਆ ਜਾਣ, ਸੇ ਬੜ ਭਾਗੀ ਨਾਨਕਾ। ਪਾਤਸ਼ਾਹ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਹਨ ਜਿਹਨੂੰ ਗੁਰਮੁਖ ਪ੍ਰਗਟ ਹੋਏ, ਜਿਨ੍ਹਾਂ ਗੁਰਮੁਖਾਂ ਲਈ ਸਤਿਗੁਰੂ ਪ੍ਰਗਟ ਹੋ ਕੇ ਦਰਸ਼ਨ ਦੇ ਦੇਣ, ਜਾਂ ਜਿਨ੍ਹਾਂ ਦੇ ਹਿਰਦੇ 'ਚ ਗੁਰੂ ਦਾ ਗਿਆਨ ਨਾਮ ਪ੍ਰਗਟ ਹੋ ਜਾਵੇ। ਮਹੱਲਾ ਤੀਜਾ। ਤੀਸਰੇ ਸਤਿਗੁਰੂ ਜੀ ਅਰਥ ਦਾ ਹੋਰ ਖੁਲਾਸਾ ਕਰਦੇ ਹੋਏ ਕਿਰਪਾ ਕਰਦੇ ਹਨ। ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਓ। ਇੰਦਰ ਜਦੋਂ ਬਰਸਦਾ ਦਇਆ ਕਰਕੇ ਮੀਂਹ ਪੈਂਦਾ ਨਾ, ਬੱਦਲ ਵਰਦੇ, ਲੋਕਾਂ ਦੇ ਮਨ 'ਚ ਬੜਾ ਚਾਅ ਹੁੰਦਾ ਕਿ ਹੁਣ ਭਾਈ ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਬੁੱਠਾ ਮੇਘ ਸੁਹਾਵਣੇ, ਨਦਰ ਕੀਤੀ ਕਰਤਾਰ, ਮੇਘਿਆਂ ਨੂੰ ਫਰਮਾਨ ਹੋਆ, ਬਰਸੋ ਕਿਰਪਾ ਤਾ। ਇੱਕ ਵਾਰੀ ਇੱਥੇ ਔੜ ਲੱਗੀ ਸੀ ਨਾ, ਉਹ ਸਾਡੇ ਸੁਲਤਾਨਪੁਰ ਦੇ ਮਹਾਂਪੁਰਖ ਸੀਗੇ ਨਵਲ ਜੀ, ਅਤੇ ਉੱਥੇ ਭਗੌਰ ਸਾਹਿਬ ਉਰਲੇ ਕਿਨਾਰੇ ਮਹਾਰਾਜ ਥਾਨ ਹੈ, ਪਰਲੇ ਪਾਸੇ ਉਹਨਾਂ ਦਾ ਡੇਰਾ ਹੈ। ਬਰਾਗੀ ਸਾਧੂ ਸੀਗੇ, ਬੜੇ ਵਿਦਵਾਨ ਸੀਗੇ, ਅਤੇ ਉਹ ਕਿਤੇ ਇੱਧਰ ਆਏ। ਇਹ ਕਹਿਣ ਲੱਗੇ ਮੀਂਹ ਕਿਵੇਂ ਪਵੇ? ਉਹ ਮਹਾਂਪੁਰਖਾਂ ਨੇ ਫਿਰ ਯੱਗ ਕੀਤਾ ਅਤੇ ਵਰਸ਼ਾ ਹੋਈ। ਫਿਰ ਇਹ ਪੁੱਛਣ, ਉਹ ਫਿਰ ਕਹਿੰਦੇ ਅਸੀਂ ਵੀ ਕਿਸੇ ਦਾ ਜ਼ਿੰਦਗੀ ਨੰਗੇਜ ਨਹੀਂ ਦੇਖਿਆ, ਆਪਣੇ ਧਰਮ ਕੰਨ ਪੂਰੇ ਰਹੇ। ਸੋ ਇਸ ਵਾਸਤੇ ਕਹਿੰਦੇ ਆ ਕਿ ਇੰਦ ਵਰਸੈ ਕਰ ਦਇਆ। ਜਿਹੜਾ ਇੰਦਰ ਆ ਉਹ ਦਇਆ ਕਰਕੇ ਜਦੋਂ ਵਰਸਦਾ ਹੈ, ਜਿਸ ਕਾ ਹੁਕਮ ਇੰਦ ਵਰਸਦਾ ਤਿਸ ਕਾ ਸਦ ਬਲਿਹਾਰੈ ਜਾਓ। ਇਹ ਇੰਦਰ ਜਿਹੜਾ ਆਪਣੇ ਆਪ ਨਹੀਂ, ਉਹਦੇ ਹੁਕਮ 'ਚ ਵਰਤਦਾ। ਕਹਿੰਦੇ ਜਿਹਦੇ ਹੁਕਮ 'ਚ ਇੰਦਰ ਵਰਸਦਾ, ਮੀਂਹ ਵਰਾਉਂਦਾ, ਅਸੀਂ ਉਸ ਨਿਰੰਕਾਰ ਤੋਂ ਬਲਿਹਾਰ ਜਾਂਦੇ ਹਾਂ। ਅਥਵਾ ਇੰਦਰ ਦੀ ਨਿਆਈ ਗੁਰੂ ਗਿਆਨ ਦੀ ਵਰਸ਼ਾ ਕਰਦੇ ਆ। ਗੁਰੂ ਗਿਆਨ ਦੇ ਬਦਲਿਆ ਨਾ, ਉਹਦਾ ਮੀਂਹ ਵਰਾਉਂਦਾ, ਇਹ ਗਿਆਨ ਦੀ ਵਰਸ਼ਾ ਕਰਦੇ ਆ। ਅਤੇ ਜਿੱਥੇ ਗਿਆਨ ਦੀ ਵਰਸ਼ਾ ਹੁੰਦੀ ਹੈ, ਉੱਥੇ ਕੂੜਾ ਕਟਰਾ ਜਿੰਨਾ ਮਨ ਵਿੱਚ ਵਕਾਰ ਆ, ਸਾਰੇ ਰੁੜ ਜਾਂਦੇ। ਹਿਰਦਾ ਜਿਹੜਾ ਸ਼ੁੱਧ ਪਵਿੱਤਰ ਹੋ ਜਾਂਦਾ। ਅਤੇ ਜਦੋਂ ਮਹਾਰਾਜ ਮਲਬੇ 'ਚ ਗਏ, ਉਹ ਡੱਲਾ ਕਹਿੰਦਾ ਮਹਾਰਾਜ ਔੜ ਬੜੀ ਲੱਗੀ ਆ, ਪੀਣ ਤੋਂ ਪਾਣੀ ਨਹੀਂ ਮਿਲ ਰਿਹਾ, ਫਸਲ ਕੀ ਹੋਣੀ ਹੈ? ਅਤੇ ਪਾਤਸ਼ਾਹ ਕਹਿੰਦੇ ਦੇਵਤਿਆਂ 'ਚ ਸਵਰਦਾ ਵੱਧ ਗਈ ਈਰਖਾ। ਉਸੇ ਮਹਾਰਾਜ ਨੇ ਹਾਂਜੀ ਕਮਾਨ 'ਤੇ ਧਨੁਸ਼ ਖਿੱਚਿਆ, ਬੱਦਲ ਆ ਗਿਆ, ਵਰਸ਼ਾ ਸ਼ੁਰੂ ਹੋ ਗਈ। ਕਹਿੰਦੇ ਦੇਵਤੇ ਜਿਹੜੇ ਨਾ, ਇਹਨਾਂ 'ਚ ਈਰਖਾ ਹੋ ਗਈ ਸੀ, ਆਪੋ ਆਪਣੀਆਂ ਡਿਊਟੀਆਂ ਛੱਡ ਕੇ ਬੈਠੇ ਸੀ। ਜਦੋਂ ਮਹਾਰਾਜ ਕਮਾਨ 'ਤੇ ਤੀਰ ਆ ਕੇ ਖਿੱਚਿਆ, ਉਦੋਂ ਬੱਦਲ ਆ ਗਿਆ, ਵਰਸ਼ਾ ਹੋ ਗਈ। ਕਿਉਂਕਿ ਸਾਰਾ ਕੁਛ ਉਹਨਾਂ ਦੇ ਹੁਕਮ 'ਚ, ਉਹਦੇ ਹੁਕਮ 'ਚ ਵਰਤਦਾ। ਅਤੇ ਜਿਹਦੇ ਹੁਕਮ 'ਚ ਵਰਤਦਾ, ਅਸੀਂ ਕਹਿੰਦੇ ਸਦਾ ਉਹ ਤੋਂ ਬਲਿਹਾਰ ਜਾਂਦੇ ਹਾਂ। ਗੁਰਮੁਖ ਸ਼ਬਦ ਸੰਭਾਲੀਐ ਸੱਚੇ ਕੇ ਗੁਣ ਗਾਓ। ਜਿਹੜੇ ਗੁਰਮੁਖ ਉਹ ਸ਼ਬਦ ਦੁਆਰਾ ਆਪਣੇ ਆਪ ਦੀ, ਆਪਣੇ ਪਰਿਵਾਰ ਦੀ, ਦੇਸ਼ ਕੌਮ ਦੀ ਸੰਭਾਲ ਕਰਦੇ ਆ।
ਉਹਨੂੰ ਸੰਭਾਲਦੇ ਚੇਤੇ ਕਰਦੇ ਆ, ਕਿਉਂਕਿ ਆਪਣੇ ਆਪ ਦਾ ਧਿਆਨ ਵੀ ਰੱਖਣਾ, ਨਹੀਂ ਰੱਖਾਂਗੇ ਤੰਦਰੁਸਤੀ ਨਹੀਂ ਰਹੂਗੀ, ਐਵੇਂ ਅਵਲਾ ਸੋਲਾ ਖਾਈ ਜਾਓ, ਬਿਮਾਰ ਹੋ ਜਾਵਾਂਗੇ। ਬੱਚਿਆਂ ਦਾ ਵੀ ਧਿਆਨ ਰੱਖਣਾ ਪੈਂਦਾ, ਕਾਰੋਬਾਰ ਦਾ ਵੀ, ਦੁਕਾਨ ਮਕਾਨ ਦਾ ਵੀ, ਗੱਡੀ ਮੋਟਰ, ਹਰ ਚੀਜ਼ ਦਾ ਧਿਆਨ ਇਹ ਨਹੀਂ ਕਿ ਅੱਖਾਂ ਮੀਟ ਕੇ ਇੱਕ ਰਾਮ ਕਰਨਾ, ਇਹ 4 ਚੁਫੇਰੇ ਧਿਆਨ ਰੱਖਣਾ ਪੈਂਦਾ। ਦੇਸ਼ ਕੌਮ ਦਾ ਵੀ, ਨਹੀਂ ਦੁਸ਼ਟ ਗੁੰਡੇ ਲੋਕ ਜਿਹੜੇ ਬਹਿਣ ਨਹੀਂ ਦਿੰਦੇ, ਧੀ ਭੈਣ ਦੀ ਇੱਜ਼ਤ ਦਾ ਵੀ ਧਿਆਨ ਰੱਖਣਾ ਪੈਂਦਾ। ਇਹ ਧਿਆਨ ਸਾਧਨਾ ਤਾਂ ਬਹੁਤ ਲੰਬੀ ਚੌੜੀ ਹੈ, ਇੰਨੇ ਕਿ ਨਹੀਂ ਕਿ ਅੰਦਰ ਅੱਖਾਂ ਮੀਟ ਕੇ ਬਹਿ ਗਏ, ਇਹੋ ਜਿਹਾ ਧਿਆਨ ਨਹੀਂ ਕਿ ਤੂੰ ਅੱਖਾਂ ਮੀਟੀਆਂ ਜਿਵੇਂ ਉਹ ਕਬੂਤਰ ਦੇ ਬਿੱਲਾ ਖਾਣ ਨੂੰ ਤਿਆਰ ਹੈ, ਵੀ ਤੇਰੀਆਂ ਅੱਖਾਂ ਮੀਟੀਆਂ ਕੀ ਕਰੂ। ਇਸ ਵਾਸਤੇ ਧਿਆਨ ਕੀ ਹੈ, ਅੱਖਾਂ ਖੋਲ੍ਹ ਕੇ 4 ਚੁਫੇਰੇ ਧਿਆਨ ਦੇਣਾ। ਇਤਨੇ ਮੀਟ ਕੇ ਆਤਮਾ ਪਰਮਾਤਮਾ ਨੂੰ ਸਾਰੇ ਪਾਸੇ ਦੇਖਣਾ, ਅੱਖਾਂ ਖੋਲ੍ਹ ਕੇ ਸਾਰਿਆਂ ਵਿੱਚ ਜੋਤ ਦੇਖਣੀ ਆ। ਧਿਆਨ ਦੀ ਤਾਂ ਹਰ ਪਾਸੇ ਲੋੜ ਆ। ਹੁਣ ਥੋੜ੍ਹਾ ਜਿਹਾ ਸਿੱਖਾਂ ਦਾ ਧਿਆਨ ਬੇਧਿਆਨ ਹੋਇਆ ਨਾ, ਤਾਂ ਗੁਰੂ ਗ੍ਰੰਥ ਸਾਹਿਬ ਤਾਂ ਅਗਨ ਭੇਟ ਹੋਣ ਲੱਗ ਪਿਆ ਕਿ ਨਹੀਂ। ਕਿੱਥੇ ਸਿੱਖ ਧਿਆਨ ਰੱਖਦਾ ਸੀ, ਦੋਹਾਂ ਦੇ ਧਰਮ ਬਚਾਉਂਦਾ ਸੀ, ਕਿੱਥੇ ਸਿੱਖਾਂ ਦੇ ਆਪਣੇ ਇਸ਼ਟ ਦੀ ਬੇਅਦਬੀ, ਕਿਉਂਕਿ ਅਸੀਂ ਬੇਧਿਆਨੇ ਹੋ ਗਏ। ਸਾਡਾ ਧਿਆਨ ਪੈ ਗਿਆ ਨਸ਼ਿਆਂ ਬਕਾਰਾਂ ਵਿੱਚ, ਮਾੜੇ ਪਾਸੇ। ਮਾਂ ਪਿਓ ਦੀ ਇੱਜ਼ਤ ਰੋਲਣ ਲੱਗ ਪਈ, ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲਣ ਲੱਗ ਪਈਆਂ, ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਹੋਣ ਲੱਗ ਪਈ। ਇਹ ਬੇਧਿਆਨੇ ਹੋਣ ਦੇ ਕੰਮ ਆ। ਧਿਆਨ 4 ਚੁਫੇਰੇ ਰੱਖਣਾ। ਹੁਣ ਗੁਰਦੁਆਰਾ ਆ, ਇੱਥੇ ਵੀ ਧਿਆਨ ਰੱਖਣਾ, ਭੁੱਖੇ ਨੰਗੇ ਦਾ ਵੀ ਧਿਆਨ ਰੱਖਣਾ, ਐਂਡ ਕਾਰੋਬਾਰਾਂ ਦਾ ਵੀ ਧਿਆਨ ਰੱਖਣਾ, ਕਾਰੋਬਾਰ ਵੀ ਸਹੀ ਚੱਲਦੇ ਰਹਿਣ, ਵਿਦਿਆਰਥੀ ਵਿਦਿਆ ਪੜ੍ਹਾਉਣ ਵੀ ਧਿਆਨ ਰੱਖਣਾ, ਫੇਲ ਨਾ ਹੋ ਜਾ। ਧਿਆਨ ਸਾਧਨਾ ਤਾਂ ਬਹੁਤ ਲੰਬੀ ਸਾਧਨਾ। ਅਸੀਂ ਸਮਝਦੇ ਵੀ ਸ਼ਾਇਦ ਅੱਖਾਂ ਮੀਟ ਕੇ ਬਹਿ ਗਿਆ 5-10 ਮਿੰਟ ਰਾਮ ਕਰ ਲਿਆ, ਇਹੀ ਧਿਆਨ ਹੈ, ਤਾਂ ਬਹੁਤ ਵੱਡੀ ਸਾਧਨਾ ਹੈ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ, ਉਹ ਜਿਹੜੇ ਗੁਰਮੁਖ ਸਦਾ ਸ਼ਬਦ ਦੀ ਟੇਕ ਲੈ ਕੇ, ਸ਼ਬਦ ਬਾਣੀ ਤੋਂ ਸਿੱਖਿਆ ਲੈ ਕੇ ਉਹਦੇ ਨਾਮ ਨੂੰ ਚੇਤੇ ਕਰਦੇ ਆ, ਆਪਣਾ ਵੀ ਸੰਭਾਲਦੇ, ਦੂਏ ਦੀ ਵੀ ਸੰਭਾਲ ਕਰਦੇ। ਕਿਵੇਂ? ਸੱਚੇ ਕੇ ਗੁਣ ਗਾਓ, ਔਰ ਸੱਚੇ ਦੇ ਗੁਣ ਵੀ ਗਾਉਂਦੇ ਹਨ। ਨਾਨਕ ਨਾਮ ਰਤੇ ਜਨ ਨਿਰਮਲੇ, ਸਹਿਜੇ ਸਚ ਸਮਾਉ। ਜਿਹੜੇ ਨਾਮ ਨਾਲ ਆਪਣੇ ਮਨ ਨੂੰ ਰੰਗਣ ਵਾਲੇ, ਉਹ ਨਿਰਮਲੇ ਪਵਿੱਤਰ ਮੈਲ ਤੋਂ ਰਹਿਤ ਹੋ ਗਏ, ਸਹਿਜੇ ਸੁਤੇ ਗਿਆਨ ਅਵਸਥਾ ਪਾ ਕੇ ਸੱਚ ਵਿੱਚ ਸਮਾਓ, ਅਭੇਦ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਹਾਂ, ਜਿਵੇਂ ਹਿੰਦੂ ਸੀ, ਧਿਆਨ ਨਹੀਂ ਨਾ ਕੀਤਾ, ਪਰ ਢੋਲਕੀਆਂ ਛਾਣੇ ਖੜਕਾ ਛੱਡਣੇ, ਅਤੇ ਮੁਸਲਮਾਨ ਆਏ, ਦੇਖਿਆ ਇੱਥੇ ਬੇਲੀ ਵਾਰਸ ਨਹੀਂ, ਹੁਕਮਰਾਨ ਬਣ ਕੇ ਬਹਿ ਗਿਆ 850 ਸਾਲ। ਫਿਰ ਉਹ ਨਸ਼ਿਆਂ ਪੱਤਿਆਂ ਵਿਸ਼ਿਆਂ 'ਚ ਰੰਗ ਰਲੀਆਂ 'ਚ ਪੈ ਗਿਆ, ਬੇਧਿਆਨੇ ਹੋਏ ਅਤੇ ਗੋਰੇ ਬਹਿ ਗਿਆ। ਫਿਰ ਕਾਲਜਾਂ ਦੇ ਮੁੰਡੇ ਉੱਠੇ, ਫਿਰ ਜਾ ਕੇ ਦੇਖਦੀ ਆਜ਼ਾਦੀ ਦੀ ਆਵਾਜ਼ ਉੱਠੀ। ਧਿਆਨ ਦੀ ਲੋੜ ਆ, ਨਹੀਂ ਧਿਆਨ ਕਰਾਂਗੇ ਤਾਂ ਗੁਲਾਮੀ ਦਾ ਜੀਵਨ ਹੈ, ਪਰਾਧੀਨਤਾ ਦਾ ਜੀਵਨ ਹੈ। ਇਸ ਵਾਸਤੇ ਹਰ ਪਾਸੇ ਆਪਣੀ ਸਿਹਤ ਦਾ ਵੀ, ਪਰਿਵਾਰ ਦਾ ਵੀ, ਬੱਚੇ ਬੱਚੀਆਂ ਦਾ ਵੀ, ਇਸਤਰੀ ਦੀ ਇੱਜ਼ਤ ਦਾ, ਪਰਿਵਾਰ, ਦੇਸ਼, ਕੌਮ, ਹਰ ਪਾਸੇ ਧਿਆਨ ਦੀ ਲੋੜ ਹੈ। ਅੱਜ ਸਾਡੇ ਸਿੱਖਾਂ 'ਚ ਕਿਉਂ ਮਾਰ ਪੈ ਰਹੀ? ਅਸੀਂ ਬੇਧਿਆਨੇ ਹੋ ਗਏ, ਵੇਸਲੇ ਹੋ ਗਏ। ਜੇ ਸਾਡਾ ਧਿਆਨ ਸਹੀ ਹੁੰਦਾ ਤਾਂ ਇਹ ਦੁਰਦਸ਼ਾ ਕਿਉਂ ਹੋਵੇ? ਇਹ ਚੀਜ਼ਾਂ ਹੈ। ਪੌੜੀ ਪਾਤਸ਼ਾਹ ਉਸ ਅਰਥ ਨੂੰ ਹੋਰ ਸੌਖੇ ਸ਼ਬਦਾਂ ਵਿੱਚ ਕਿਰਪਾ ਕਰਦੇ ਹਨ। ਪੂਰਾ ਸਤਿਗੁਰ ਸੇਵ ਪੂਰਾ ਪਾਇਆ। ਪੂਰੇ ਸਤਿਗੁਰੂ ਦੀ ਸੇਵ ਕਰਕੇ ਪੂਰਾ ਜਿਹੜਾ ਪਰਮੇਸ਼ਰ ਆਪ ਪੂਰੇ ਹੋ ਕੇ ਫੇਰੇ ਪੂਰੇ ਨੂੰ ਪਾਇਆ ਜਾਂਦਾ ਹੈ। ਪੂਰਾ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ। ਪੂਰੇ ਦੀ ਕਰਮ ਬਖਸ਼ਿਸ਼ ਲੈ ਕੇ ਜਦੋਂ ਪੂਰੇ ਨੂੰ ਧਿਆਇਆ, ਪੂਰੇ ਗੁਰੂ ਦਾ ਜਿਹੜਾ ਸ਼ਬਦ ਹੁਕਮ ਸੀ ਉਹਨੂੰ ਆਪਣੇ ਮਨ 'ਚ ਵਸਾਇਆ। ਇੱਥੇ ਸ਼ਬਦ ਹੁਕਮ ਦਾ ਵਾਚਕ ਜਾਂ ਉਪਦੇਸ਼, ਉਹਨੂੰ ਮਨ 'ਚ ਵਸਾ ਲਿਆ ਹੈ। ਪੂਰਾ ਗਿਆਨ ਧਿਆਨ ਮੈਲ ਚੁਕਾਇਆ। ਪੂਰੇ ਗੁਰੂ ਤੋਂ ਗਿਆਨ ਲੈ ਕੇ ਜਦੋਂ ਧਿਆਨ ਦੀ ਅਵਸਥਾ ਪਰਪੱਕ ਦ੍ਰਿੜ ਹੋ ਗਈ, ਸਿਮਰਨ ਕਰਕੇ ਜਿਹੜੀ ਮਨ ਦੀ ਮੈਲ ਸੀ ਉਹਨੂੰ ਚੁਕਾਇਆ, ਦੂਰ ਕਰ ਦੇਣਾ ਕੀਤੀ ਹੈ। ਹਰ ਸਰ ਤੀਰਥ ਜਾਣ ਮਨੁਆ ਨਾਇਆ। ਹਰੀ ਦੇ ਸਦਰਸ਼ ਆਪਣਾ ਆਪ ਸਮਰਪਿਤ ਕਰਕੇ ਤੀਰਥ ਜਦੋਂ ਆਪਣੇ ਮਨ ਨੂੰ ਪਵਿੱਤਰ ਕਰ ਲਿਆ, ਇਹ ਬਾਣੀ ਰੂਪੀ ਗੰਗਾ ਵਿੱਚ ਉਹਨਾਂ ਨੇ ਇਸ਼ਨਾਨ ਕੀਤਾ। ਇੱਕ ਤਾਂ ਪਾਣੀ ਦੀ ਗੰਗਾ ਨਾ, ਉਹ ਤਾਂ ਇੱਕ ਜਗ੍ਹਾ ਵਹਿੰਦੀ ਹੈ, ਸਰੀਰ ਦੀ ਮੈਲ ਧੋਂਦੀ। ਇਹ ਗੁਰਬਾਣੀ ਦੀ ਗੰਗਾ ਹਰ ਜਗ੍ਹਾ ਵਹਿ ਰਹੀ ਹੈ। ਇਹ ਮਨ ਬਣੀ ਸਰੀਰ ਨੂੰ ਪਵਿੱਤਰ ਕਰੀ ਜਾਂਦੀ ਹੈ। ਇਸ ਵਾਸਤੇ ਇਸ ਤੀਰਥ ਵਿੱਚ ਇਸ਼ਨਾਨ ਕੀਤਾ ਹੈ। ਸ਼ਬਦ ਮਰੈ ਮਨ ਮਾਰ ਧਨ ਜਨੇਦੀ ਮਾਇਆ। ਜਿਨੀ ਸ਼ਬਦ ਦੁਆਰਾ ਆਪਣੇ ਮਨ ਦੇ ਔਗਣਾਂ ਨੂੰ, ਬਕਾਰਾਂ ਨੂੰ, ਦੋਸ਼ਾਂ ਨੂੰ, ਸਕਲਪਾਂ ਨੂੰ ਮਾਰ ਲਿਆ, ਉਹ ਪੁਰਸ਼ ਧਨ ਆ। ਉਹਨਾਂ ਨੂੰ ਜਾਣਨ ਵਾਲੀ, ਜਨਮ ਦੇਣ ਵਾਲੀ ਮਾਤਾ ਵੀ ਧਨਤਾ ਯੋਗ ਹੈ। ਹਾਂਜੀ, 3 ਧਨ ਜਨੇਦੀ ਮਾਓ ਆਏ,
ਸਫਲ ਸੇ ਪਰਬਦਗਾਰ ਅਪਾਰ ਬੇਅੰਤੂ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਜਿਵੇਂ ਮਾਤਾ ਨੇ ਜਨਮ ਦਿੱਤਾ, ਬਾਬਾ ਜਵਾਲਾ ਨੂੰ ਆਪਣਾ ਜੀਵਨ ਸ਼ੁੱਧ ਲੈ ਕੇ ਚਲੇ ਗਏ। ਕੋਈ ਉਂਗਲ ਰੱਖ ਸਕਦਾ ਕਿ ਉਹਨਾਂ ਦੇ ਜੀਵਨ 'ਚ ਆ ਕਮੀ ਸੀ? ਜਿਸ ਤਰ੍ਹਾਂ ਮਾਤਾ ਨੇ ਸ਼ੁੱਧ ਬੱਚੇ ਨੂੰ ਜਨਮ ਦਿੱਤਾ, ਉਸ ਤਰ੍ਹਾਂ ਦਾ ਸ਼ੁੱਧ ਜੀਵਨ ਲੈ ਕੇ ਜਾਣਾ ਇਹ ਸੌਖਾ ਨਹੀਂ। ਉਹਨਾਂ ਦੀ ਮਾਤਾ ਧੰਨ ਆ। ਅਤੇ ਗੁਰੂ ਸਾਹਿਬ ਤਾਂ ਹੈ, ਬਾਬਾ ਦੀਪ ਸਿੰਘ ਲੈ ਲਓ, ਭਾਈ ਮਨੀ ਸਿੰਘ ਲੈ ਲਓ, ਕੈਸੀਆਂ ਪਵਿੱਤਰ ਆਤਮਾ ਹਨ, ਉਹਨੂੰ ਸਦਾ ਹੀ ਨਮਸਕਾਰਾਂ ਹਨ। ਦਰ ਸੱਚਾ ਸਚਿਆਰ ਸੱਚਾ ਆਇਆ। ਸੱਚੇ ਦੇ ਦਰ ਵਿੱਚ ਆ ਕੇ ਉਹ ਜਿਹੜੇ ਸਚਿਆਰ ਪੁਰਖ ਸੀ, ਸੱਚ ਦੀ ਕਮਾਈ ਕਰਕੇ ਸੱਚ ਨਾਲ ਜੁੜ ਗਏ। ਸੱਚਾ ਪਰਮੇਸ਼ਰ ਪ੍ਰਗਟ ਹੋ ਕੇ ਉਹਨਾਂ ਨੂੰ ਦਰਸ਼ਨ ਦੇਣ ਵੀ ਆਉਂਦਾ, ਉਹਨਾਂ ਦੇ ਹਿਰਦੇ 'ਚ ਵੀ ਆ ਕੇ ਸਾਖਿਆਤ ਹੋ ਜਾਂਦਾ ਹੈ। ਪੁੱਛ ਨਾ ਸਕੈ ਕੋਈ ਜਾਂ ਖਸਮੈ ਭਾਇਆ। ਉਹਨਾਂ ਨੂੰ ਕੋਈ ਵੀ ਪੁੱਛ ਨਹੀਂ ਸਕਦਾ, ਕਿਉਂਕਿ ਹੁਣ ਧਰਮ ਰਾਜਾ ਪੁੱਛਦਾ ਕਿਵੇਂ ਕਰੇਗਾ? ਉਹਨਾਂ ਦੇ ਕੀਤੇ ਕਰਮ ਪਰਮਾਤਮਾ ਨੂੰ ਭਾ ਗਏ, ਮਨਜ਼ੂਰ ਹੋ ਗਏ। ਜੀ ਕਿਸੇ ਪਾਸੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ, ਜਿੱਥੇ ਜਾਂਦੇ ਆ ਉੱਥੇ ਸੁਰਖਰੂ ਆ। ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਕਰਦਾ, ਉਹ ਖਸਮ ਨੂੰ ਮਾਲਕ ਨੂੰ ਭਾ ਗਏ ਹਨ। ਨਾਨਕ ਸੱਚ ਸਲਾਹੇ ਲਿਖਿਆ ਪਾਇਆ। ਉਹ ਸੱਚੇ ਦੀ ਸਲੋਤਾ ਉਸਤਤ ਕਰਦੇ ਆ, ਜਿਨ੍ਹਾਂ ਦੇ ਮੱਥੇ 'ਤੇ ਧੁਰੋਂ ਇਹ ਪਵਿੱਤਰ ਲੇਖ ਲਿਖਿਆ। ਉਹਨਾਂ ਨੇ ਪੂਰਾ ਗੁਰੂ ਪਾਇਆ, ਪੂਰੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ। ਬਾਬਾ ਤਰਲੋਕ ਸਿੰਘ ਹੋਏ ਖਵਾਜੇ ਖੜਕ, ਉਹ ਸੱਜਣ ਸਿੰਘ ਉਹਨਾਂ ਦਾ ਸੇਵਾਦਾਰ ਸੀ। ਕਿਸੇ ਨੇ ਝੂਠੀ ਡੈਰੀ ਦੇ ਦਿੱਤੀ, ਇਹ ਫੀਮ ਵੇਚਦਾ ਡੋਡੇ। ਉਹ ਥਾਣੇਦਾਰ ਮੁਸਲਮਾਨ ਉੱਥੇ ਆ ਗਿਆ ਡੇਰੇ, ਕਹਿੰਦੇ ਬਾਬਾ ਜੀ ਤੁਸੀਂ ਸ਼ਾਦੀ ਭਰ ਦਿਓ, ਆਹ ਡੈਰੀ ਦਿੱਤੀ ਹੈ। ਉਹ ਬਾਬਾ ਜੀ ਕਹਿਣ ਲੱਗੇ ਤੂੰ ਕਿੱਧਰ ਤੁਰਿਆ ਫਿਰਦਾ, ਅਸੀਂ ਤੇ ਇਹਦੀ ਪਰਲੋਕ ਦੀ ਵੀ ਸ਼ਾਦੀ ਭਰੀ ਹੋਈ ਆ। ਗੱਜ ਕੇ ਬੋਲੋ, ਤੂੰ ਇੱਥੇ ਦੀਆਂ ਗੱਲਾਂ ਕਰਦਾ, ਉਹ ਇਹਦਾ ਚਾਹ ਵੀ ਨਹੀਂ ਪੀਂਦਾ, ਤੂੰ ਕਹਿੰਦਾ ਫੀਮ ਵੇਚਦਾ। ਕਿਉਂਕਿ ਦੇਖੋ ਮਹਾਂਪੁਰਖ ਕਹਿੰਦੇ ਅਸੀਂ ਤਾਂ ਪਰਲੋਕ ਦੀ ਵੀ ਸ਼ਾਦੀ ਭਰੀ ਆ, ਪਰ ਜੇ ਗੁਰੂ ਦੇ ਬਣ ਜਾਈਏ ਫਿਰ ਗੁਰੂ ਮਹਾਰਾਜ ਉਹਨਾਂ ਦੀ ਬਾਂਹ ਫੜਦੇ ਆ। ਧਰਮ ਰਾਜਾ ਬਕਾਹਾਂ ਕਰੋਗੇ ਜੋ ਫਾਟਿਓ ਸਗਲੋ ਲੇਖਾ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਖਸਮ ਨੂੰ ਭਾ ਗਿਆ, ਉਹਨੇ ਸੱਚ ਦੀ ਸਲੋਤਾ ਕੀਤੀ। ਇਹ ਗਿਆਨ ਅਵਸਥਾ ਉਹਨਾਂ ਨੂੰ ਮਿਲਦੀ, ਲਿਖਿਆ ਪਾਇਆ। ਜਿਨ੍ਹਾਂ ਦੇ ਮੱਥੇ 'ਤੇ ਸ਼ੁਭ ਲੇਖ ਲਿਖੇ ਉਹਨਾਂ ਨੇ ਪੂਰੇ ਗੁਰੂ ਨੂੰ ਪਾਇਆ, ਪੂਰੇ ਗੁਰੂ ਤੋਂ ਅੰਮ੍ਰਿਤ ਨੂੰ ਪਾਇਆ, ਨਾਮ ਨੂੰ ਪਾਇਆ, ਗਿਆਨ ਧਿਆਨ ਨੂੰ ਪਾਇਆ, ਬਖਸ਼ਿਸ਼ ਨੂੰ ਪਾਇਆ। ਜਿਨ੍ਹਾਂ ਦੇ ਲੇਖ ਲਿਖੇ ਭਾਗਾਂ ਨਾਲ, ਲੇਖ ਤਾਂ ਹੀ ਲਿਖੇ ਜਾਣਗੇ ਜੇ ਭਾਈ ਕਮਾਈ ਕਰਾਂਗੇ, ਅਤੇ ਜਿਹੜਾ ਸਾਡਾ ਲਿਖਿਆ ਉਹਦੇ ਨੰਬਰ ਮਿਲਣੇ ਆ। ਅਤੇ ਜੇ ਹੁਣ ਪੇਪਰ ਕੁਛ ਨਹੀਂ ਲਿਖਿਆ ਅਤੇ ਕਹੇ ਵੀ ਮੈਨੂੰ ਹਜੇ ਸਕਾਲਰਸ਼ਿਪ ਮਿਲ ਜਾਏ, ਲਿਖ ਕੇ ਤਾਂ ਤੂੰ ਆਇਆ ਹੀ ਨਹੀਂ, ਕਾਗਜ਼ ਕੋਰਾ। ਕੋਰਾ ਤਾਂ ਕੀ ਸੀ, ਕੋਰਾ ਤਾਂ ਫੇਰ ਲਿਖਣ ਦੇ, ਤੂੰ ਮੈਲਾ ਹੀ ਇੰਨਾ ਕਰ ਲਿਆ ਆਪਣਾ ਹਿਰਦਾ ਰੂਪੀ ਕਾਗਜ਼। ਇੰਨੀਆਂ ਭੈੜੀਆਂ ਅਵਾਰਤਾਂ ਲਿਖ ਲਈਆਂ, ਹੁਣ ਕਿੱਥੋਂ ਪਾਉਣਾ? ਪਹਿਲਾਂ ਹਿਰਦਾ ਸ਼ੁੱਧ ਕਰਨਾ ਸੀ, ਫਿਰ ਉਹ ਨਾਮ ਬਾਣੀ ਦੇ ਲੇਖ ਲਿਖਣੇ ਸੀ। ਬਾਬਾ ਸੁੰਦਰ ਸਿੰਘ ਮਹਾਰਾਜ ਕਹਿੰਦੇ ਸੀ ਨਾ ਕਿ ਜਿਸ ਤਰ੍ਹਾਂ ਵਾਹਿਗੁਰੂ ਸ਼ਬਦ ਜਾਂ ਮੂਲ ਮੰਤਰ ਪੜ੍ਹਦੇ ਹਾਂ, ਉਹ ਸਵਾਸ ਦੇ ਉੱਤੇ ਠੱਪੇ ਲੱਗੀ ਜਾਂਦੇ ਆ। ਜਿਹੜੇ ਕਾਗਜ਼ 'ਤੇ ਸਰਕਾਰ ਦਾ ਠੱਪਾ ਲੱਗ ਜਾਂਦਾ, ਕੀਮਤੀ ਨੋਟ ਬਣ ਜਾਂਦਾ ਨਾ, ਅਤੇ ਜਦੋਂ ਸਵਾਸਾਂ ਦੇ ਉੱਤੇ ਸ਼ਬਦ ਦਾ ਠੱਪਾ ਲੱਗ ਜਾਏ, ਇਹ ਵੀ ਫਿਰ ਕੀਮਤੀ ਬਣ ਜਾਂਦੇ। ਅਤੇ ਜਿਹਨਾਂ ਨੇ ਸਵਾਸ ਕੀਮਤੀ ਬਣਾ ਲਿਆ, ਉਹ ਸੰਤ ਕਹਿ ਲਓ, ਕੁਝ ਕਹਿ ਲਓ। ਜਿਨ੍ਹਾਂ ਸਾਸ ਗ੍ਰਸਨ ਵਿਸਰਿਆ ਹਰ ਨਾਮ ਮਨ ਮੰਤ, ਧੰਨ ਸਹਿ ਸਹੀ ਨਾਨਕਾ ਪੂਰਨ ਸੋਈ ਸੰਤ। ਸਵਾਸਾਂ 'ਤੇ ਠੱਪੇ ਲਾ ਲੈ। ਆ ਸੰਤ ਬਾਬਾ ਜੋਗਿੰਦਰ ਸਿੰਘ, ਸ਼ਾਇਦ ਤੁਸੀਂ ਦਰਸ਼ਨ ਕੀਤੇ ਹੁਣ, ਤੀਰ ਵਾਲੇ। ਜਿਹੜੇ ਉਹਨਾਂ ਦਾ ਸੰਸਕਾਰ ਕੀਤਾ ਨਾ, ਕੈਨੇਡਾ ਸਮਾਏ ਸੀ ਭਗਾਲੀ, ਉਹਨਾਂ ਦੇ ਅਸਥ ਚੋਣ ਲੱਗੇ ਅਤੇ ਖੋਪਰੀ 'ਤੇ ਸਤਿਨਾਮ ਵਾਹਿਗੁਰੂ ਦੇ ਅੱਖਰ ਬਿਲਕੁਲ ਪ੍ਰਿੰਟ ਸੀ। ਸੰਗਤਾਂ ਨੂੰ ਦਿਖਾਇਆ ਸੀ, ਇਉਂ ਸਤਿਨਾਮ ਵਾਹਿਗੁਰੂ ਤੁਸੀਂ ਪੜ੍ਹ ਸਕਦੇ ਸੀ। ਉੱਥੋਂ ਲੱਗਦਾ 11 ਸੁਖਮਣੀ ਪੜ੍ਹਦੇ ਸੀ। ਜਾਤ ਸ਼ਕਤੀ ਬੜੀ ਸੀ। ਸੰਤ ਗਿਆਨੀ ਗੁਰਬਚਨ ਦੇ ਵਿਦਿਆਰਥੀ ਸੀ ਉਹ। ਬਾਬੇ ਕਹਾਰਪੁਰੀ ਵਾਲਿਆਂ ਦੇ ਸ਼ੇਸ਼ ਸੀਗੇ। ਸਾਡੇ ਨਾਲ ਹਰ ਕੋਲ ਬਾਬਾ ਸ਼੍ਰੀਮਾਨ ਬਾਬਾ ਮਹਿੰਦਰ ਸਿੰਘ ਨਾਲ ਪਾਠੀਆਂ 'ਚ ਰਹੇ। ਮਤਲਬ ਦੇਖ ਲਓ, ਇਹ ਦੇਖੇ ਆ ਖੋਪਰੀ, ਇਉਂ ਉਹਦੇ 'ਤੇ ਸਤਿਨਾਮ ਵਾਹਿਗੁਰੂ ਪੜ੍ਹ ਸਕਦੇ। ਹੁਣ ਇੱਥੋਂ ਲਾਓ ਵੀ ਕਿੰਨਾ ਅਭਿਆਸ ਹੋਊਗਾ। ਇਹ ਗੱਲਾਂ ਕਹਿਣ ਮਾਤਰ ਨਹੀਂ, ਜਿਹੜਾ ਕਰਦਾ ਸਾਡੇ 'ਤੇ ਵੀ ਹੋ ਸਕਦਾ। ਜਿਹੜਾ ਵੀ ਮਿਹਨਤ ਕਰਦਾ ਮਹਾਰਾਜ ਉੱਤੇ ਬਖਸ਼ਿਸ਼ ਕਰ ਦਿੰਦੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨਾਮਦਾਨ ਸਿੱਖੀ ਦਾਨ ਭਰੋਸਾ।
ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਇੱਥੋਂ ਦੇ ਪ੍ਰਬੰਧਕ ਸੇਵਾਦਾਰ ਗ੍ਰੰਥੀ ਸਿੰਘ, ਰਾਗੀ ਸਿੰਘ, ਗਿਆਨੀ ਔਰ ਜਿੰਨੇ ਵੀ ਸੇਵਾ ਲੰਗਰ ਤੱਕ ਜੋੜਿਆਂ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਖਾਲਸਾ ਪੰਥ ਵਿੱਚ ਏਕਤਾ ਇਤਫਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।